ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ। ਹਰ ਰੋਜ਼ ਦੀ ਤਰ੍ਹਾਂ ਹੀ ਹਰਬੰਥਨ ਜੀ ਨਾਲ ਨੇ। ਅੱਜ ਸਰੀਰ ਮੇਰਾ ਪੂਰੀ ਤਰ੍ਹਾਂ ਠੀਕ ਨਹੀਂਗਾ, ਜਕੜਿਆ ਜੇ ਪਿਆ, ਸ਼ਾਇਦ ਪੱਖੇ ਦਾ ਅਸਰ ਹੋਵੇ। ਪੱਖਾ ਚਲਾਏ ਬਿਨਾਂ ਸਰਦਾ ਨਹੀਂ, ਮੱਛਰ ਭੀਂ ਭੀਂ ਕਰਦਾ ਤੇ ਤੜਕੇ ਨੂੰ ਉੱਠਿਆ ਜਾਂਦਾ ਨਹੀਂ, ਸਰੀਰ ਬਹੁਤ ਦਰਦਾਂ ਕਰਦਾ। ਹੱਡ ਗੋਡੇ ਇਉਂ ਜੁੜੇ ਪਏ ਹੁੰਦੇ ਵੀ ਜਿਵੇਂ ਬਹੁਤ ਖੇਤਾਂ ਦੇ ਵਿੱਚ ਕੰਮ ਕਰ ਕਰਕੇ ਟੁੱਟੇ ਭੱਜੇ ਪਏ ਹੁੰਦੇ ਆ। ਐਂ ਜੇ ਉੱਠੀਦਾ ਐਂ ਜੇ ਕਰਕੇ ਐਂ ਜੇ ਕਰੀ ਜਾਈਦਾ ਬੈਠੇ, ਪਰ ਉੱਦਾਂ ਠੀਕ ਆ। ਪਤਾ ਨਹੀਂ ਕਿਉਂ ਹੱਡ ਪਰਨੀ ਜੀ ਬਹੁਤ ਲੱਗੀ ਪਈ ਆ, ਸਰੀਰ ਜੁੜਿਆ ਜੇ ਪਿਆ। ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ, ਪਹਿਲਾਂ ਤੁਹਾਨੂੰ ਸਵਾਗਤ ਆ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ, ਮੈਂ ਠੀਕ ਠਾਕ ਆ, ਪਰ ਤੁਸੀਂ ਇੰਨਾ ਕੁਝ ਆਉਂਦੇ ਹੀ ਦੱਸ ਦਿੱਤਾ। ਸੱਚੇ ਮੁੱਚੇ ਸਰੀਰ ਦੁਖੀ ਬੜਾ ਜਾਂਦਾ ਅੱਜ। ਹਾਂ, ਇਹ ਮੌਸਮ ਦਾ ਕਰਕੇ ਅੱਜ ਬੇਵਸੀ ਜੀ ਆ ਜੀ। ਅਸਲ 'ਚ ਮੌਸਮ ਦੇ ਵਿੱਚ ਜਿਹੜਾ ਬਦਲਾਅ ਜਿਹਾ ਹੋ ਰਿਹਾ ਹੈ ਜਾਂ ਜਿੱਦਾਂ ਦਾ ਮੌਸਮ ਇੱਕਦਮ ਬਣ ਗਿਆ, ਉਹਦੇ ਕਰਕੇ ਸਮਝ ਨਹੀਂ ਆ ਰਹੀ ਕਿ ਕੀ ਚੱਲੀ ਜਾਂਦਾ। ਪੱਖਾ ਚਲਾਓ ਤਾਂ ਠੰਡ ਲੱਗਦੀ ਹੈ, ਨਾ ਚਲਾਓ ਤਾਂ ਮੱਛਰ ਲੜਦਾ ਹੈ, ਪਤਾ ਨਹੀਂ ਕੀ ਹੋਈ ਜਾਂਦਾ ਸੱਚੀ। ਬਿਲਕੁਲ ਸਹੀ ਗੱਲ ਆ। ਤੇ ਅਗਲੀ ਗੱਲ ਇਹ ਜੀ ਕਿ ਹਾਲੇ 5 ਤਰੀਕ ਤੱਕ ਮੌਸਮ ਪੰਜਾਬ ਦਾ ਇਵੇਂ ਹੀ ਰਹਿਣਾ। 4 ਤਰੀਕ ਤੱਕ ਪੰਜਾਬ ਦੇ ਵਿੱਚ 4 ਮਈ ਤੱਕ ਕਦੇ ਬਦਲੀ ਆਉਣੀ ਆ, ਕਦੇ ਬਦਲੀ ਜਾਣੀ ਆ, ਕਦੇ ਕਣੀਆਂ ਪੈ ਜਾਣੀਆਂ, ਕਦੇ ਨਹੀਂ ਵੀ ਪੈਣੀਆਂ। ਪੰਜਾਬ ਦੇ ਵਿੱਚ ਕੁਝ ਕੁ ਥਾਵਾਂ ਦੇ ਉੱਤੇ ਪਿਛਲੇ 24 ਘੰਟੇ 'ਚ ਮੀਂਹ ਪੈ ਗਿਆ ਤੇ ਕਹਿੰਦੇ ਆ ਵੀ 2 ਤੇ 3 ਮਈ ਨੂੰ ਵੀ ਕਈ ਥਾਵਾਂ ਤੇ ਮੀਂਹ ਭਰਵਾਂ ਪੈਣ ਦੀ ਆਸ ਆ, ਕਈ ਥਾਵਾਂ ਤੇ ਸ਼ਾਇਦ ਗੜੇ ਵੀ ਪੈ ਜਾਣ। 5 ਤਰੀਕ ਤੋਂ ਬਾਅਦ ਗਰਮੀ ਨੇ ਸ਼ੁਰੂ ਹੋਣਾ, ਵੱਟ ਕੱਢਦੀ ਗਰਮੀ ਨੇ, ਮੌਸਮ ਸਥਿਰ ਰਹਿਣ ਲੱਗਣਾ। ਤੇ ਅਪ੍ਰੈਲ ਦੇ ਆਖਰੀ ਹਫਤੇ ਦੇ ਵਿੱਚ ਤੇ ਚੜ੍ਹਦੀ ਮਈ ਨੂੰ ਐਤਕੀ ਉਨੀ ਤਪਸ਼ ਨਹੀਂ, ਇਹ ਵੀ 12-13 ਵਰਿਆਂ ਦਾ ਰਿਕਾਰਡ ਟੁੱਟਿਆ। ਕਹਿੰਦੇ ਵੀ ਐਂ ਤਾਂ ਗਰਮੀ ਵੱਟ ਕੱਢਦੀ ਹੁੰਦੀ ਆ ਇਹਨਾਂ ਦਿਨਾਂ ਦੇ ਵਿੱਚ, ਪਰ ਐਤਕੀ ਤਪਸ਼ ਉਨੀ ਨਹੀਂ। ਚੰਗੀ ਗੱਲ ਆ, ਪਰ ਜਿੰਨੀ ਦੇਰੀ ਨਾਲ ਧੁੱਪ ਆਊਗੀ ਮੇਰੇ ਖਿਆਲ ਜਾਊਗੀ ਵੀ ਉਨੀ ਦੇਰੀ ਨਾਲ। ਹਾਂ, ਪਤਾ ਨਹੀਂ, ਪਰ ਮੌਸਮ ਦੇ ਬਾਰੇ ਚ ਕੁਝ ਵੀ ਕਿਹਾ ਨਹੀਂ ਜਾ ਸਕਦਾ ਟਾਣਾ ਸਾਹਿਬ। ਇਹ ਕੁਦਰਤ ਹੈ ਤੇ ਕੁਦਰਤ ਕਦੋਂ ਕਿਹੜਾ ਰੰਗ ਬਦਲ ਲਵੇ ਕੋਈ ਪਤਾ ਨਹੀਂ। ਪਰ ਇੰਨਾ ਜ਼ਰੂਰ ਹੈ, ਜਿਵੇਂ ਮੈਂ ਕਿਤੇ ਪੜ੍ਹਿਆ ਸੀ ਲਿਖਿਆ ਹੋਇਆ, ਉਹ ਕਹਿੰਦੇ ਕਿ ਦੋਸ਼ ਇਨਸਾਨ ਦਾ ਹੈ, ਪਰ ਸਦਾ ਦੋਸ਼ ਕੁਦਰਤ ਦਾ ਹੀ ਕੱਢਦਾ ਰਹਿੰਦਾ। ਉਹ ਵੀ ਕੁਦਰਤ ਐ ਹੋ ਗਈ, ਕੁਦਰਤ ਐ ਹੋ ਗਈ, ਕੁਦਰਤ ਬਦਲ ਗਈ, ਪਰ ਨਹੀਂ, ਇਨਸਾਨ ਬਦਲਿਆ ਤਾਂ ਕੁਦਰਤ ਐ ਹੋ ਗਈ। ਬਿਲਕੁਲ ਜੀ। ਵੈਸੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਟਾਣਾ ਸਾਹਿਬ, ਤੁਹਾਨੂੰ ਵੀ, ਸਭ ਨੂੰ ਮੁਬਾਰਕਾਂ। ਸਾਡੇ ਪਰਿਵਾਰਕ ਜੀਆਂ ਨੂੰ ਮੁਬਾਰਕਾਂ, ਦੁਨੀਆ ਭਰ ਦੇ ਵਿੱਚ ਵਸਦੇ ਭੈਣਾਂ ਵੀਰਾਂ ਨੂੰ ਮੁਬਾਰਕਾਂ। ਮਈ ਦਿਵਸ ਦੀਆਂ, ਮਜ਼ਦੂਰ ਦਿਹਾੜੇ ਦੀਆਂ, ਸ਼ਿਕਾਗੋ ਦੇ ਸ਼ਹੀਦਾਂ ਨੂੰ ਸਲਾਮ ਕਰਦੇ ਹਾਂ ਅਸੀਂ ਜੀ। ਬਿਲਕੁਲ, ਉਹਨਾਂ ਕਿਰਤੀਆਂ ਦੇ ਹੱਥਾਂ ਨੂੰ ਸਲਾਮ ਕਰਦੇ ਆ ਜਿਨ੍ਹਾਂ ਦੇ ਹੱਥ ਚੀਰੇ ਪਏ ਆ, ਜਿਨ੍ਹਾਂ ਦੀਆਂ ਉਂਗਲਾਂ ਚੀਰੀਆਂ ਪਈਆਂ, ਜਿਨ੍ਹਾਂ ਦੇ ਇੱਥੇ ਨਾ ਕਰਚੇ ਵੱਜੇ ਹੋਏ ਆ, ਜਿਨ੍ਹਾਂ ਦੇ ਇੱਥੇ ਉਂਗਲਾਂ ਦੇ ਉੱਤੇ ਪੱਟੀਆਂ ਬੰਨੀਆਂ ਹੋਈਆਂ, ਪਰ ਉਹ ਫਿਰ ਵੀ ਟੱਬਰ ਦੇ ਲਈ ਆਟੇ ਦਾ, ਰੋਟੀ ਦਾ ਪ੍ਰਬੰਧ ਕਰਨ ਵਾਸਤੇ ਦਿਨ ਰਾਤ ਮਿਹਨਤ ਕਰਦੇ ਆ। ਪੀਪੇ 'ਚ ਆਟੇ ਦਾ ਫਿਕਰ ਉਹਨਾਂ ਨੂੰ ਇਸ ਸਪੀਡ ਦਾ ਅਹਿਸਾਸ ਨਹੀਂ ਹੋਣ ਦਿੰਦਾ, ਜਿਨ੍ਹਾਂ ਨੂੰ ਪੈਰਾਂ ਦੀਆਂ ਵਿਆਈਆਂ ਦਾ ਫਿਕਰ ਨਹੀਂਗਾ, ਅੱਡੀਆਂ ਦੇ ਵਿੱਚੋਂ ਕਿਵੇਂ ਖੂਨ ਸਿਮਦਾ ਇਸ ਗੱਲ ਦਾ ਫਿਕਰ ਨਹੀਂਗਾ। ਸੋ ਉਹਨਾਂ ਸਾਰੇ ਕਿਰਤੀ ਲੋਕਾਂ ਨੂੰ ਮਈ ਦਿਵਸ ਦੀਆਂ, ਮਜ਼ਦੂਰ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ। ਜਿਵੇਂ ਸੰਤ ਰਾਮ ਉਦਾਸੀ ਸਾਹਿਬ ਨੇ ਲਿਖਿਆ, ਮਹਾਨ ਸਾਡੇ ਸ਼ਾਇਰ ਹੋਏ ਆ, ਕਵੀ ਹੋਏ ਆ, ਉਹਨਾਂ ਨੇ ਕਿਹਾ, ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਕਮੀਆਂ ਦੇ ਵਿਹੜੇ ਦੇ ਵਿੱਚ ਸੂਰਜ ਮਗਦਾ ਰਵੇ ਜੀ। ਵਾਹ, ਕਮਾਲ ਹੋ ਜੇ, ਸੱਚੀ ਕਮਾਲ ਹੋ ਜੇ। ਇਹਨਾਂ ਕਮੀਆਂ ਨੂੰ, ਇਹਨਾਂ ਮਿਹਨਤਕਸ਼ ਲੋਕਾਂ ਨੂੰ ਸਦਾ ਹੀ ਸਲਾਮ। ਇੱਕ ਬੇਨਤੀ ਹੋਰ ਕਰਦਾ ਜੀ, ਖੇਤ ਮਜ਼ਦੂਰ ਤੇ ਕਿਸਾਨ ਦੀ ਸਾਂਝ ਦੇ ਨਾਰੇ ਲਾਉਂਦੇ ਰਹੇ ਆ, ਲਾਉਣੇ ਵੀ ਚਾਹੀਦੇ ਸੀ। ਹੈਗੀ ਇੱਕ ਗਲ ਲੱਗ ਕੇ ਸੀਰੀ ਦੇ ਜੱਟ ਰੋਵੇ ਤੇ ਬੋਲਾਂ ਵਿੱਚੋਂ ਨੀਰ ਵਗਿਆ, ਇਹਨਾਂ ਗੱਲਾਂ ਦੇ ਕੋਈ ਅਰਥ ਆ। ਪਰ ਜਦੋਂ ਹੁਣ ਇੱਥੇ ਝੋਨਾ ਲਾਉਣ ਦਾ ਵੇਲਾ ਆਉਣਾ ਤੇ ਉਦੋਂ ਨਾ ਆਪਾਂ ਜਦੋਂ ਮਤੇ ਪਾਸ ਕਰ ਦਿੰਨੇ ਆ, ਇਹਨਾਂ ਨੂੰ ਇੰਨੇ ਕੁ ਪੈਸੇ ਹੀ ਦੇਣੇ ਹਨ, ਉਦੋਂ ਵੀ ਮਾੜਾ ਜਿਹਾ ਆਪਾਂ ਹੱਥ ਖੁੱਲਾ ਰੱਖਣਾ। ਮਜ਼ਦੂਰ ਮਾੜਾ ਮੋਟਾ ਖੁਸ਼ੀ ਸਾਡੇ ਸਿਰ ਤੇ ਮਹਿਸੂਸ ਕਰੂਗਾ। ਇਹ ਉਹ ਨਹੀਂ ਵੀ ਆਪਾਂ ਤੁਰਨ ਵੇਲੇ ਤਾਂ ਕਹਿ ਦਈਏ ਨਾਲ ਤੁਰ ਪਾ, ਪਰ ਮਾੜਾ ਮੋਟਾ ਹੱਥ ਹੌਲਾ ਕਰਿਓ, ਇੱਧਰ ਵੀ ਹੱਥ ਥੋੜਾ ਜਿਹਾ ਖੁੱਲਾ ਰੱਖਿਓ, ਇੱਧਰ ਵੀ। ਜੀ ਬਿਲਕੁਲ ਸਹੀ ਹੈ। ਸਦਾ ਹੀ ਜੋੜੀ ਸਲਾਮਤ ਰਵੇ, ਮਜ਼ਦੂਰਾਂ ਦੀ ਤੇ ਕਿਸਾਨਾਂ ਦੀ ਜੋੜੀ ਸਦਾ ਹੀ ਰੰਗ ਭਾਗ ਲਾਉਂਦੀ ਰਵੇ ਟਾਣਾ ਸਾਹਿਬ। ਔਰ ਇਹਨਾਂ ਲੋਕਾਂ ਨੂੰ ਸਲਾਮ ਇਸ ਲਈ ਵੀ ਕਰਨੀ ਬਣਦੀ ਹੈ ਕਿਉਂਕਿ ਇਹਨਾਂ ਵੱਲੋਂ ਕੀਤੀ ਗਈ ਮਿਹਨਤ ਦਾ ਕਰਕੇ ਹੀ ਅਸੀਂ ਤੁਸੀਂ ਕੰਮ ਕਰ ਪਾਉਂਦੇ ਆ। ਜੇ ਕਿਸਾਨ ਮਿਹਨਤ ਦੇ ਨਾਲ ਅੰਨ ਨਾ ਉਗਾਏ ਤਾਂ ਅਸੀਂ ਰੋਟੀ ਨਾ ਖਾਈਏ, ਤੇ ਜੇ ਰੋਟੀ ਨਾ ਖਾਵਾਂਗੇ ਤਾਂ ਅਸੀਂ ਚੰਗੀ ਤਰ੍ਹਾਂ ਕੰਮ ਨਹੀਂ ਕਰ ਸਕਾਂਗੇ, ਸਾਡੀ ਜ਼ਿੰਦਗੀ ਹੀ ਨਹੀਂ ਰਹੂਗੀ, ਹੈ ਨਾ। ਜੇਕਰ ਮਜ਼ਦੂਰ ਸੋਹਣੇ ਸੋਹਣੇ ਸਾਨੂੰ ਘਰ ਨਾ ਬਣਾ ਕੇ ਦੇਣ ਤਾਂ ਅਸੀਂ ਕਿਹੜੀਆਂ ਛੱਤਾਂ ਦੀ ਗੱਲ ਕਰਾਂਗੇ। ਇਹਨਾਂ ਸਾਰੇ ਮਜ਼ਦੂਰਾਂ ਨੂੰ, ਕਾਮਿਆਂ ਨੂੰ, ਕੰਮ ਕਰਨ ਵਾਲਿਆਂ ਨੂੰ ਸਦਾ ਸਲਾਮ ਹੈ। ਮਿਹਨਤ ਦਾ ਕਦੇ ਕੋਈ ਮਿਹਣਾ ਨਹੀਂ ਹੁੰਦਾ। ਬਿਲਕੁਲ। ਤਾਜ ਮਹਿਲ ਬਣਾਉਣ ਵਾਲੇ ਵੀ ਮਜ਼ਦੂਰ ਆ, ਸ਼ਾਹਜਹਾਂ ਦੇ ਰੁਪਈਏ ਹੋ ਸਕਦੇ ਆ, ਯਾਦ ਵਿੱਚ ਗਵਾਚਿਆ ਸੀ ਮੁਮਤਾਜ਼ ਦੇ, ਇਹ ਇੱਕ ਵੱਖਰੀ ਗੱਲ ਆ। ਰੁਪਈਏ ਤੁਹਾਡੇ ਕੋਲੇ ਵੀ ਹੋ ਸਕਦੇ, ਕਿਸੇ ਹੋਰ ਕੋਲੇ ਵੀ ਹੋ ਸਕਦੇ ਆ, ਮਿਹਨਤ ਮਜ਼ਦੂਰੀ ਤੋਂ ਮਜ਼ਦੂਰਾਂ ਦੀ ਸੀ। ਉੱਥੇ ਗਾਰੇ ਦੀ ਥਾਂ ਦੇ ਉੱਤੇ ਖੂਨ ਕਿਹਦਾ ਲੱਗਾ, ਉੱਥੇ ਸਦਰਾਂ ਕਿਹਦੀਆਂ ਲੱਗੀਆਂ, ਉੱਥੇ ਕਿਹਨੇ ਦਿਨ ਰਾਤ ਇੱਕ ਕੀਤਾ, ਇਹਦੇ ਬਾਰੇ ਵੀ ਸੋਚੀਏ। ਬਿਲਕੁਲ ਸਹੀ ਹੈ। ਤੇ ਹੁਣ ਚੱਜ ਦੇ ਵਿਚਾਰ ਦੀ ਸਾਂਝ, ਚੱਜ ਦਾ ਵਿਚਾਰ ਇਹ ਆ ਵੀ ਲੋੜ ਤੋਂ ਪਹਿਲਾਂ ਮੂੰਹ ਦੇ ਵਿੱਚੋਂ ਕੱਢੇ ਗਏ ਸ਼ਬਦ, ਲੋੜ ਤੋਂ ਪਹਿਲਾਂ ਮੂੰਹ ਵਿੱਚੋਂ ਕੱਢੇ ਗਏ ਸ਼ਬਦ
ਤੇ ਬਿਨਾ ਮੌਸਮ ਤੋਂ ਤੋੜੇ ਗਏ ਫਲ ਹਾਂ ਕਦੇ ਸਵਾਦ ਨਹੀਂ ਦਿੰਦੇ, ਕੱਚੇ ਹੀ ਹੁੰਦੇ ਨੇ। ਕੱਚੇ ਹੀ ਹੁੰਦੇ ਨੇ। ਜੀ। ਇਸ ਕਰਕੇ ਫਲ ਉਦੋਂ ਚੰਗਾ ਲੱਗਦਾ ਜਦੋਂ ਕਿ ਪੱਕਿਆ ਹੋਵੇ, ਜਦੋਂ ਦਾ ਮੌਸਮ ਆ ਜੇ, ਬੇਰੁੱਤਾ ਨਾ ਹੋਵੇ, ਜੀ। ਤੇ ਜਦੋਂ ਲੋੜ ਪਵੇ ਸ਼ਬਦ ਉਦੋਂ ਮੂੰਹ ਦੇ ਵਿੱਚੋਂ ਕੱਢੋ। ਜੀ। ਐ ਨਹੀਂ ਫਾ 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 ਪਟਰ 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 ਕਰੀ ਜਾਣਾ, ਹਾਂ। ਉਹਦਾ ਕੋਈ ਅਰਥ ਨਹੀਂਗਾ। ਕੋਈ ਅਰਥ ਨਹੀਂ ਰਹਿ ਜਾਂਦਾ। ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ। ਇਹ ਪਰ ਜਿਹੜੇ ਲੋਕ ਇਹਨਾਂ ਗੱਲਾਂ ਨੂੰ ਸਮਝ ਲੈਣ, ਅਸਲ ਦੇ ਵਿੱਚ ਹੀ ਜ਼ਿੰਦਗੀ ਦਾ ਅਸਲ ਫਲਸਫਾ ਉਹ ਸਮਝ ਪਾਉਂਦੇ ਨੇ, ਹਨਾ। ਕਿਉਂਕਿ ਲੋੜੋਂ ਬਿਨਾ ਬੋਲਣ ਵਾਲੇ ਬਹੁਤ ਨੇ, ਪਰ ਲੋੜ ਪੈਣ ਤੇ ਬੋਲਣ ਵਾਲੇ ਘੱਟ ਹੁੰਦੇ। ਬਿਲਕੁਲ ਸਹੀ। ਹੁਣ ਮੇਰੇ ਵਾਲਾ ਚਾਹਦਾ ਚਾਰ ਟਾਣਾ ਸਾਹਿਬ, ਜ਼ਿੰਦਗੀ ਦੇ ਵਿੱਚ ਕਦੇ ਉਤਰਾਇਆ ਕਦੇ ਚੜਾਇਆ, ਕਦੇ ਕੁਛ ਹੁੰਦਾ ਕਦੇ ਕੁਛ ਹੁੰਦਾ। ਕਹਿੰਦੇ ਦਿਨ ਮਾੜੇ ਚੰਗੇ ਹੋ ਸਕਦੇ ਨੇ, ਪਰ ਜ਼ਿੰਦਗੀ ਕਦੇ ਵੀ ਮਾੜੀ ਨਹੀਂ ਹੁੰਦੀ। ਬਿਲਕੁਲ ਸਹੀ ਗੱਲ, ਬਹੁਤ ਖੂਬਸੂਰਤ ਹੈ, ਇਹਨੂੰ ਜ਼ਿੰਦਾ ਦਿਲੀ ਨਾਲ ਜਿਉਣਾ ਚਾਹੀਦਾ। ਬਿਲਕੁਲ ਦਰੁਸਤ, 100% ਦੀ ਦਰੁਸਤੀ ਵਾਲੀ ਗੱਲ ਹੈ। ਵੀ ਆਪਾਂ ਨਾ ਕਈ ਵਾਰੀ ਸੜਕ ਤੇ ਜਾਂਦੇ ਜਦੋਂ, ਤੇ ਆਪਾਂ ਨੂੰ ਇਹ ਥੋੜੀ ਵੀ ਭਾਈ ਆਪਾਂ ਫਰੀਦਕੋਟੋਂ ਚੱਲੇ ਤੇ ਬਠਿੰਡਾ ਰਾਹ ਦੇ ਵਿੱਚ ਦਿਸੀ ਜਾਂਦਾ। ਜਿਵੇਂ ਜਿਵੇਂ ਨੇੜੇ ਜਾਂਦੇ ਆ ਤੇ ਅਗਲੀ ਸੜਕ ਫੇਰ ਦਿਸਣ ਲੱਗਦੀ ਆ। ਸਹੀ ਕਿਹਾ। ਉਵੇਂ ਹੀ ਜਿਵੇਂ ਜਿਵੇਂ ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਆ ਤੇ ਉਵੇਂ ਉਵੇਂ ਸਾਨੂੰ ਅਗਲਾ ਰਾਹ ਦਿਸਦਾ ਜਾਂਦਾ। ਜੀ, ਸਾਨੂੰ ਧੁੰਦ ਵੀ ਤਾਂ ਕਿੰਨਾ ਕੁਝ ਸਿਖਾਉਂਦੀ ਹੈ। ਜਿਵੇਂ ਜਿਵੇਂ ਅਸੀਂ ਅੱਗੇ 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 ਵਧਦੇ ਆ, ਤਿਵੇਂ ਤਿਵੇਂ ਅਗਲੀਆਂ ਚੀਜ਼ਾਂ ਸਾਫ਼ ਹੁੰਦੀਆਂ ਜਾਂਦੀਆਂ ਨੇ, ਸਾਨੂੰ ਹੌਲੀ ਹੌਲੀ ਸਾਰਾ ਕੁਝ ਨਜ਼ਰ ਆਉਣ ਲੱਗ ਜਾਂਦਾ। ਸੋ ਇਸ ਲਈ ਹਰ ਇੱਕ ਚੀਜ਼ ਜਿੱਥੋਂ ਕੁਝ ਸਿੱਖਣ ਨੂੰ ਮਿਲੇ, ਸਿੱਖ ਲੈਣਾ ਚਾਹੀਦਾ। ਬਿਲਕੁਲ ਸਹੀ ਗੱਲ ਆ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਟਾਣਾ ਸਾਹਿਬ, ਕਿਤੇ ਤੁਹਾਨੂੰ ਤਾਂ ਨਹੀਂ ਲੱਭ ਰਹੇ ਬੰਦੇ? ਕੌਣ? ਮੈਨੂੰ ਲੱਗਦਾ ਹੈ ਵੀ ਕਿਤੇ ਐ ਨਾ ਹੋਵੇ ਵੀ ਤੁਸੀਂ ਭੁੱਲ ਗਏ ਹੋਵੋ ਕੋਈ ਲੋਟਰੀ ਲੂਟਰੀ ਦੀ ਟਿਕਟ ਖਰੀਦ ਕੇ, ਤੇ ਉਸ ਤੋਂ ਬਾਅਦ ਮਤਲਬ ਤੁਹਾਨੂੰ ਚੇਤੇ ਨਹੀਂ ਰਿਹਾ ਵੀ ਨੰਬਰ ਚੈੱਕ ਵੀ ਕਰਨਾ ਹੈ, ਤੇ ਸ਼ਾਇਦ ਤੁਹਾਡੀ ਵੀ ਲਾਟਰੀ ਲੱਗੀ ਹੋਵੇ। ਮੈਂ ਜ਼ਿੰਦਗੀ ਦੇ ਵਿੱਚ ਹਾਲੇ ਤੱਕ ਲਾਟਰੀ ਪਾਈ ਨਹੀਂ ਕਦੇ, ਕਿਉਂਕਿ ਮੈਨੂੰ ਇਸ ਗੱਲ ਦੀ ਆਸ ਹੀ ਨਹੀਂ ਕਿ ਮੈਂ ਅਮੀਰ ਹੋਣਾ। ਦੂਜੀ ਗੱਲ ਇਹ ਹੈ ਕਿ ਮੈਂ ਅਚਨਚੇਤੀ ਅਮੀਰ ਹੋਣ 'ਚ ਭੋਰਾ ਯਕੀਨ ਨਹੀਂ ਰੱਖਦਾ। ਅੱਛਾ ਜੀ। ਮੈਂ ਜਿਹੋ ਜਿਹਾ ਹਾਂ, ਮੈਂ ਇਹੋ ਜਿਹਾ ਜਹਾਨੋਂ ਤੁਰ ਜਾ, ਐਂ ਠੀਕ ਆ। ਅੱਛਾ ਜੀ। ਹਾਂ ਠੀਕ ਹੈ। ਇੰਨੀ ਵੀ ਸੰਤੁਸ਼ਟੀ ਨਹੀਂ, ਉਹ ਕੀ ਕਰਨਾ ਦੱਸੋ, ਲੋੜ ਕੀ ਆ? ਹਾਂ। ਐਵੇਂ ਮੈਂ 500 ਰੁਪਏ ਦੀ ਲਾਟਰੀ ਪਾ ਕੇ ਬਾਅਦ ਚ ਵੇਹਣਾ ਫਿਰਾਂ ਨੰਬਰ ਜਾਂ ਮਿਲਾ ਕੇ, ਆ 1 2 30 ਆਖਰ 30 ਦੀ ਥਾਂ 7 ਹੁੰਦਾ, ਗੱਲ ਬਣ ਜਾਂਦੀ। ਫਿਰ ਮੈਂ ਕਰੀ ਜਾਵਾਂ ਬੈਠਾ। ਮੈਨੂੰ ਲੱਗਦਾ ਫਿਰ ਜਿਹਦੀ ਲਾਟਰੀ ਲੱਗੀ ਆ ਉਹ ਵੀ ਤੁਹਾਡੇ ਵਰਗਾ ਹੀ ਹੋਣਾ ਕੋਈ। ਅੱਛਾ। ਹਾਂ, ਫਾਜ਼ਿਲਕਾ ਚ ਤਾਂ ਬੰਦਾ ਨਹੀਂ ਲੱਭ ਰਿਹਾ। ਅੱਛਾ, 2.5 ਕਰੋੜ ਰੁਪਏ ਦੀ ਲਾਟਰੀ ਨਿਕਲੀ ਉਹਦੀ। ਜੀ। ਇੱਕ ਕੋਈ ਸਧਾਰਨ ਵਿਅਕਤੀ, ਕੋਈ ਵੀ ਸੱਜਣ ਭੈਣ ਵੀਰ ਹੋਊਗਾ, ਪਰ ਕਹਿੰਦੇ ਵੀ 2.5 ਕਰੋੜ ਰੁਪਏ ਦੀ ਉਹਨੇ ਲਾਟਰੀ ਪਾਈ ਸੀ, ਨਾਗਾਲੈਂਡ ਵਾਲੀ ਲਾਟਰੀ। 500 ਰੁਪਏ ਦੀ ਪਾਈ ਸੀ ਜੀ। 4-5 ਦਿਨ ਪਹਿਲਾਂ ਪਾਈ ਸੀ, ਤੇ ਉਹ ਨਿਕਲੇਗੀ ਜੀ ਲਾਟਰੀ ਉਹਦੀ 2.5 ਕਰੋੜ ਦੀ। ਠੀਕ। ਤੇ ਜਿਹਨੇ ਲਾਟਰੀ ਵੇਚੀ ਸੀ ਤੇ ਉਹ ਵੀ ਮੇਰੇ ਵਰਗਾ ਹੀ ਸੀਗਾ, ਉਹ ਭੁਲੱਕੜ ਸੀ ਥੋੜਾ ਜਿਹਾ। ਉਹਨੇ ਨਾ ਤਾਂ ਉਹਦਾ ਨਾਂ ਲਿਖਿਆ, ਜੀ, ਨਾ ਉਹਦਾ ਪਤਾ ਲਿਖਿਆ, ਨਾ ਉਹਦਾ ਫੋਨ ਨੰਬਰ ਲਿਖਿਆ, ਤੇ ਪਰ ਉਹ ਵਿਚਾਰਾ ਹੁਣ ਲੱਭਦਾ ਫਿਰਦਾ ਵੀ ਭਾਈ ਲਾਟਰੀ ਨਿਕਲੀ ਆ, ਲਾਟਰੀ ਨਿਕਲੀ ਆ, ਇਸ ਨੰਬਰ ਵਾਲੀ ਲਾਟਰੀ ਨਿਕਲੀ ਆ, ਇਸ ਨੰਬਰ ਵਾਲੀ ਲਾਟਰੀ ਨਿਕਲੀ ਆ। ਅੱਛਾ ਜੀ। ਵਿਕੀ ਇਹਦੇ ਕਾਊਂਟਰ ਤੋਂ ਹੀ ਆ, ਤੇ ਉਹ ਬੰਦਾ ਕੌਣ ਆ, ਉਹ ਬੀਬੀ ਕੌਣ ਆ, ਹੁਣ ਲੱਭਦਾ ਫਿਰਦਾ। ਓਹੋ। ਤੁਸੀਂ ਦੇਖੋ ਵੀ ਜੇ ਕਿਤੇ ਮਾੜਾ ਮੋਟਾ ਥੋੜਾ ਲੱਗਦਾ ਦਾ, ਤੇ ਕਹਿ ਦੋ ਵੀ ਭਾਈ ਨਹੀਂ, ਕਹਿਣ ਨੂੰ ਤਾਂ ਕਹਿ ਦਈਏ ਟਾਣਾ ਸਾਹਿਬ, ਪਰ ਪੰਗੇ ਹੋਰ ਬਥੇਰੇ ਆ ਨਾ। ਉਹਨਾਂ ਨੇ ਆ ਕੇ ਟਿਕਟ ਪੁੱਛਣੀ ਆ ਵੀ ਟਿਕਟ ਕਿੱਥੇ ਆ। ਗਵਾਚ ਗਈ, ਲੀਡਿਆਂ ਵਾਲੀ ਮਸ਼ੀਨ 'ਚ ਧੋਤੀ ਗਈ, ਤਾਂ ਮੁੜ ਕੇ ਉਹ ਦਿੰਦੇ ਨਹੀਂ ਹੁੰਦੇ। ਉਹ ਕਹਿੰਦੇ ਟਿਕਟ ਦਿਖਾਉਂਗੇ ਤਾਂ ਇਨਾਮ ਮਿਲੂਗਾ, ਨਹੀਂ ਤਾਂ ਕੋਈ ਇਨਾਮ ਨਹੀਂ। ਵੈਸੇ ਕੋਈ ਭੁੱਲ ਭੱਲ ਤਾਂ ਬੰਦਾ ਜਾਂਦਾ ਹੀ ਆ, ਉਹਨੂੰ ਕੋਈ ਬਿਲਕੁਲ ਫੋਟੋ ਸਟੇਟ ਹੈਗੀ ਆ। ਅੱਛਾ ਅੱਛਾ। ਤੇ ਫੋਟੋ ਸਟੇਟ ਕਿੱਥੋਂ ਆਣੀ ਹੈ? ਲੋਕ ਨੋਟ ਛਾਪੀ ਜਾਂਦੇ ਆ। ਹਾਂ। ਜੇ ਇੰਨਾ ਕੁਝ ਹੋ ਸਕਦਾ ਹੁੰਦਾ ਨਾ, ਤੇ ਕਿਤੇ ਮਤਲਬ ਮੇਰੀ ਉਡੀਕ ਨਹੀਂ ਸੀ ਲੋਟਰੀ ਵਾਲੇ ਨੂੰ ਵੀ ਉਹ ਆਊਗੀ ਤੇ ਆ ਕੇ ਪੈਸੇ ਲੈ ਜਾਊਗੀ। ਹੁਣ ਤਾਂ ਹੀ ਕਈਆਂ ਨੇ ਦਾ ਲਾ ਲੈਣਾ ਸੀ। ਸਹੀ ਗੱਲ ਆ, ਪਰ ਭਾਈ ਬੰਦਾ ਉਹ ਲੱਭੇ, ਛੇਤੀ ਛੇਤੀ ਲੱਭੇ, ਉਹਦੀਆਂ ਗਰੀਬੀਆਂ ਨਿਕਲ ਜਾਣ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਕੀ ਪਤਾ ਇਸ ਮਜ਼ਦੂਰ ਦਿਵਸ ਦੇ ਉੱਪਰ ਹੀ ਬੰਦਾ ਲੱਭ ਜਾਵੇ। ਹਾਂ, ਕੀ ਪਤਾ ਕੋਈ ਕੰਮ ਹੀ ਹੋਵੇ, ਕੋਈ ਮਿਹਨਤਕਸ਼ ਬੰਦਾ ਹੀ ਹੋਵੇ। ਇਹ ਫਾਜ਼ਿਲਕਾ ਦੇ ਵੱਲੋਂ ਪਤਾ ਲੱਗੀ ਖਬਰ ਦਾ ਵੀ ਭਾਈ ਫਾਜ਼ਿਲਕਾ ਦਾ ਲਾਟਰੀ ਵਿਕਰੇਤਾ ਜਿਹੜਾ ਕਿ ਲੱਭ ਰਿਹਾ ਵੀ ਭਾਈ ਬੰਦਾ ਕਿੱਥੇ ਆ। ਹਾਂ, ਲੱਭਦਾ ਕਿੱਥੇ ਆ ਉਹ। ਹਾਂ, ਲੱਭ ਜੂਗਾ, ਕੋਈ ਗੱਲ ਨਹੀਂ, ਲੱਭ ਜੂਗਾ। ਕਈ ਵਾਰ ਐ ਹੁੰਦਾ ਨਾ, ਕਹਿੰਦੇ ਆ ਕਿਸਮਤ ਹਰ ਇੱਕ ਬੰਦੇ ਦਾ ਦਰਵਾਜ਼ਾ ਖੜਕਾਉਂਦੀ ਹੈ, ਤੇ ਇਹ ਤੁਹਾਡੇ ਤੇ ਆ ਵੀ ਤੁਸੀਂ ਦਰਵਾਜ਼ਾ ਖੋਲ ਦਿਓ ਕਿ ਨਹੀਂ, ਹੈਨਾ। ਕਈ ਵਾਰ ਬੰਦਾ ਦਰਵਾਜ਼ਾ ਹੀ ਨਹੀਂ ਖੋਲਦਾ, ਬੰਦ ਕਰੀ ਬੈਠਾ ਹੁੰਦਾ ਵੀ ਪਤਾ ਨਹੀਂ ਕੌਣ ਹੈ ਕੌਣ ਨਹੀਂ ਹੈ, ਤੇ ਜੇ ਉਹ ਦਰਵਾਜ਼ਾ ਖੋਲ ਲਵੇ ਤੇ ਕਿਸਮਤ ਉਹਨੂੰ ਧਨੀ ਬਣਾ ਜਾਂਦੀ ਹੈ, ਨਹੀਂ ਤਾਂ ਫਿਰ ਬਾਹਰੋਂ ਬਾਹਰ ਚਲ ਜਾਂਦੀ ਹੈ। ਪਰ ਉਹਦਾ ਚਮਤਕਾਰ ਦੁਨੀਆ ਦੇ ਵਿੱਚ ਕਦੇ ਕਦੇ ਹੁੰਦੇ ਆ। ਆ ਦੇਖੋ, ਇੱਕ ਵਾਰੀ ਮੈਂ ਪੜ੍ਹੀ ਖਬਰ ਅਮਰੀਕਾ ਦੀ ਬੀਬੀ ਦੀ, ਉਹ ਪਤਾ ਨਹੀਂ ਖਣੀ ਲੈਂਡਰੀ ਜੁਕੇਨਾ ਕਿ ਕੀ ਨਾਂ ਸੀ ਉਹਦਾ ਬੀਬੀ ਦਾ, ਤੇ ਔਖਾ ਜਿਹਾ ਤਕੜਾ ਜਿਹਾ ਨਾਂ ਸੀਗਾ। ਔਖੇ ਨਾ, ਉਹ ਅਮਰੀਕਾ ਦੀ ਬੀਬੀ ਲੈਂਡਰੀ ਜੁਕਸੇਨਾ ਸੀ ਕੁਛ ਉਹਦਾ ਨਾਂ। ਅੱਛਾ ਜੀ। ਤੇ ਉਹਦੀ 2 ਵਾਰੀ ਲਾਟਰੀ ਨਿਕਲ ਆਈ, ਤੇ ਇੱਕੋ ਹੀ ਨੰਬਰ ਤੇ ਨਿਕਲ ਆਈ। ਹਾਂ, ਉਹ ਮੈਂ ਹੈਰਾਨ ਹੀ ਹੋ ਗਿਆ ਵੀ ਉਹ ਬੀਬੀ ਦੀ 2 ਵਾਰੀ ਲਾਟਰੀ ਨਿਕਲ ਗਈ। ਦੇਖ ਲਓ ਕਿਸਮਤ। ਹਾਂ, ਆਪਾਂ ਵੀ ਪਾਉਣੀ ਸ਼ੁਰੂ ਕਰੀਏ ਟਾਣਾ। ਉਹਨਾਂ ਨੇ ਆਪਾਂ ਨਹੀਂ ਪਾਉਣੀ, ਉਹਨੇ ਨੇ ਪਾ ਲੈਣੇ ਆ, ਹੋਰ ਨਹੀਂ ਕੁਛ ਤਾਂ ਇੱਕ ਅੱਧੀ ਕੋਈ ਗੱਡੀ ਲੈ ਲਵਾਂਗੇ ਆਪਾਂ। ਅੱਛਾ। ਹਾਂ, ਸਾਂਝੀ ਅੱਧੇ ਅੱਧੇ ਪੈਸੇ ਪਾ ਕੇ। ਅੱਛਾ ਜੀ। ਜਿੱਦਣ ਮੀਂਹ ਪਿਆ ਉਦੋਂ ਜਿਹਦੇ ਕੋਲ ਹੋਈ ਗੱਡੀ ਉਹ ਦੂਜੇ ਨੂੰ ਬਿਠਾ ਕੇ ਲਿਆਇਆ ਨਾਲ। ਮੇਰੀ ਤਾਂ ਨਹੀਂ ਵਾਰੀ ਆਉਂਦੀ, ਕਿਉਂਕਿ 3600 ਤਾਂ ਇਧਰ ਮਜਬੂਰੀਆਂ ਦੱਸਣੀਆਂ, ਇੱਕ ਤਾਂ ਨਾ ਸਰ ਜੀ ਐ ਹੋ ਗਿਆ ਨਾ, ਜਦੋਂ ਫਿਰ ਮਜਬੂਰੀ ਆਏ ਆ। ਠੀਕ ਆ, ਐਡੀ ਵੀ ਕੋਈ ਗੱਲ ਨਹੀਂ ਟਾਣਾ ਸਾਹਿਬ। ਹਾਂ, ਚਲੋ ਵਧੀਆ ਹੀ ਹੋਵੇ, ਚੜ੍ਹਦੀ ਕਲਾ ਦੇ ਵਿੱਚ ਰਵੇ, ਸਾਰੇ ਲੋਕ ਤੰਦਰੁਸਤ ਰਹਿਣ, ਤੇ ਲਾਟਰੀ ਵਾਲਾ ਬੰਦਾ ਲੱਭ ਜੇ, ਲਾਟਰੀ ਵਾਲੀ ਬੀਬੀ ਲੱਭ ਜੇ, ਤੇ ਭਾਈ ਲੱਡੂ ਵੰਡ ਤੇ ਸੱਚੋ ਨੇ
ਉਹ ਕਹਿੰਦਾ ਬੰਦਾ ਬੁੜੀ ਲੱਭੇ ਨਾ ਲੱਭੇ ਪਰ ਲਾਟਰੀ ਵਿਕਰੇਤਾ ਨੇ ਲੱਡੂ ਵੰਡਤੇ। ਕਹਿੰਦਾ ਆਪਣੇ ਵਾਲੇ ਕਾਊਂਟਰ ਤੋਂ ਵਿਕੀ ਆ ਨਾ ਅੱਛਾ ਲੱਡੂ ਵੰਡੇ ਉਹਨੇ। ਉਹ ਠੀਕ ਹੈ, ਫਿਰ ਅਗਲਾ ਕਹਿੰਦਾ ਵੀ ਮੈਂ ਟਿਕਟ ਵੇਚੀ ਸੀ, ਮੇਰੀ ਵੇਚੀ ਹੋਈ ਟਿਕਟ ਜਿਹੜੀ ਉਹ ਨਿਕਲ ਆਈ ਆ ਤਾਂ ਅਗਲੇ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਤਾ। ਹਾਂ ਲੱਭ ਜੂ ਬੰਦਾ, ਕੋਈ ਗੱਲ ਨਹੀਂ। ਹਾਂ, ਬਿਲਕੁਲ ਸਹੀ ਗੱਲ ਆ। ਲਓ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਹਰਮਨ ਜੀ, ਬੇਅਦਬੀ ਦੇ ਮੁੱਦੇ ਦੇ ਉੱਤੇ ਤੇ ਜਲੰਧਰ ਦੀ ਜ਼ਿਮਨੀ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕਰਨ ਦੇ ਕਰਕੇ ਤੇ ਭਗਵੰਤ ਮਾਨ ਦੇ ਵੱਲੋਂ 3-4 ਸਤਰਾਂ ਦਾ ਇੱਕ ਪੰਜਾਬੀ ਦੇ ਵਿੱਚ ਟਵੀਟ ਕਰਕੇ ਨਾ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਘੇਰਿਆ ਗਿਆ। ਅੱਛਾ ਜੀ। ਉਹਨਾਂ ਨੇ ਕਿਹਾ ਵੀ ਜਿਹੜੀ ਪਾਰਟੀ ਦੇ ਉੱਤੇ ਬੇਅਦਬੀ ਦੇ ਦੋਸ਼ ਲੱਗਦੇ ਹੋਣ ਉਸ ਪਾਰਟੀ ਦੀ ਚੋਣਾਂ ਦੇ ਵਿੱਚ ਮਦਦ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਵੱਲੋਂ ਇਹ ਕਿੰਨਾ ਕੁ ਵਾਜਬ ਹੈ ਕਿ ਇਹ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੀ ਗੱਲ ਨਹੀਂ। ਉਸ ਤੋਂ ਬਾਅਦ 3-4 ਨੇਤਾ ਹੋਰ ਆਏ ਸਾਹਮਣੇ, ਉਹ ਕਹਿੰਦੇ ਬਿਲਕੁਲ ਗੱਲ ਸਹੀ ਹੈ, ਧਰਮ ਕਰਮ ਦੀ ਗੱਲ ਇੱਕ ਪਾਸੇ ਤੇ ਧਰਮ ਕਰਮ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਇਸ ਤਰੀਕੇ ਨਾਲ ਰਾਜਨੀਤੀ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ। ਤੇ ਹੁਣ ਪਰ ਧਾਮੀ ਸਾਹਿਬ ਨੇ ਗੱਲ ਕਹੀ ਹੈ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ, ਉਹ ਕਹਿੰਦੇ ਵੀ ਦੇਖੋ ਅਸੀਂ ਆਪਣਾ ਕੰਮ ਕਰ ਰਹੇ ਹਾਂ, ਤੁਸੀਂ ਆਪਣਾ ਕੰਮ ਕਰੋ। ਤੁਹਾਡੇ ਰਾਜ ਦੇ ਵਿੱਚ ਕਿਹੜਾ ਬੇਅਦਬੀਆਂ ਹੋ ਨਹੀਂ ਰਹੀਆਂ? ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ ਦੇਖੋ ਬੇਅਦਬੀ ਹੋਈ, ਹੋਰ ਵੀ ਕਈ ਬੇਅਦਬੀਆਂ ਹੋਈਆਂ, ਤੁਸੀਂ ਉਹਨਾਂ ਬਾਰੇ ਗੱਲ ਕਰੋ, ਤੁਸੀਂ ਹੋਰ ਗੱਲ ਕਰਨ ਦਾ ਹੱਕ ਨਹੀਂ ਰੱਖਦੇ। ਮਤਲਬ ਇਹ ਆ ਵੀ ਜਲੰਧਰ ਦੀ ਉਪ ਚੋਣ ਆ ਜਿਹੜੀ ਉਹ ਵੱਖ-ਵੱਖ ਮੁੱਦਿਆਂ ਤੋਂ ਹੁੰਦੀ ਹੁਣ ਬੇਅਦਬੀ ਦੇ ਮਾਮਲੇ ਦੇ ਉੱਤੇ ਆ ਕੇ ਟਿਕ ਗਈ ਆ। ਅਸੀਂ ਹਮੇਸ਼ਾ ਇਸ ਗੱਲ ਦੀ ਬੇਨਤੀ ਕਰਦੇ, ਹਾਲਾਂਕਿ ਭਗਵੰਤ ਮਾਨ ਸਾਹਿਬ ਨੇ ਗੱਲ ਕਹੀ ਆ ਕਿ ਬੇਅਦਬੀ ਜਿਨ੍ਹਾਂ ਨੇ ਕੀਤੀ ਆ ਕੋਤਵਾਲੀ ਸਾਹਿਬ ਗੁਰਦੁਆਰੇ ਦੇ ਵਿੱਚ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੂਗੀ, ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ। ਜੋ ਗੋਲੇਵਾਲਾ ਦੇ ਵਿੱਚ ਬੇਅਦਬੀ ਕੀਤੀ ਆ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਜਾਊਗਾ, ਕੋਈ ਹੋਰ ਵੀ ਕਰੂਗਾ ਅਸੀਂ ਉਹਨਾਂ ਨੂੰ ਵੀ ਨਹੀਂ ਬਖਸ਼ਾਂਗੇ। ਪਰ ਮੁੱਦੇ ਆ ਜਿਹੜੇ ਉਹ ਬੇਅਦਬੀ ਦੇ ਨਾਲ ਜੁੜੇ ਹੋਏ ਸਾਹਮਣੇ ਆਉਣ ਲੱਗ ਪਏ ਆ। ਜੀ, ਪਰ ਗੱਲ ਇਹ ਹੈ ਟਾਣਾ ਸਾਹਿਬ, ਆਪਾਂ ਅਕਸਰ ਇਸ ਪ੍ਰੋਗਰਾਮ ਦੇ ਵਿੱਚ ਇਸ ਬਾਬਤ ਗੱਲ ਕਰਦੇ ਹਾਂ ਕਿ ਬੇਅਦਬੀ ਦਾ ਇਹ ਪਹਿਲਾ ਮਾਮਲਾ ਸਾਹਮਣੇ ਨਹੀਂ ਆਇਆ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਔਰ ਉਹਨਾਂ ਮਾਮਲਿਆਂ ਦਾ ਕਰਕੇ ਕੀ ਕੁਝ ਹੋਇਆ ਇਹ ਕਿਸੇ ਨੂੰ ਹੁਣ ਦੱਸਣ ਦੀ ਜ਼ਰੂਰਤ ਨਹੀਂ, ਸਾਰੇ ਚੰਗੀ ਤਰ੍ਹਾਂ ਜਾਣਦੇ ਨੇ, ਹਨਾ। ਗੱਲ ਇਹ ਹੈ ਕਿ ਪਹਿਲੀ ਗੱਲ ਤਾਂ ਇਹਨਾਂ ਮੁੱਦਿਆਂ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਕਿਉਂਕਿ ਇਹ ਮੁੱਦੇ ਸਾਡੇ ਤੁਹਾਡੇ ਸਭ ਦੇ ਸਾਂਝੇ ਨੇ। ਕੋਈ ਵੀ ਨਹੀਂ ਚਾਹੁੰਦਾ ਦੁਨੀਆ ਦੇ ਵਿੱਚ ਕਿ ਬੇਅਦਬੀ ਹੋਵੇ ਤੇ ਇਹ ਬੇਅਦਬੀ ਹੋਣੀ ਵੀ ਨਹੀਂ ਚਾਹੀਦੀ। ਤੇ ਦੂਜਾ, ਜੇਕਰ ਇਹ ਬੇਅਦਬੀ ਹੋਈ ਹੈ ਤਾਂ ਮਿਸਾਲੀ ਸਜ਼ਾ ਉੱਥੇ ਹੋਣੀ ਚਾਹੀਦੀ ਹੈ, ਰਾਜਨੀਤੀ ਨਹੀਂ ਹੋਣੀ ਚਾਹੀਦੀ। ਇੱਕ ਦੂਜੇ ਨੂੰ ਆਪਾਂ ਕਹੀ ਜਾਂਦੇ ਆ, ਕੋਈ ਕਿਸੇ ਬਾਰੇ ਬਿਆਨ ਦੇਈ ਜਾਂਦਾ, ਕੋਈ ਕਿਸੇ ਬਾਰੇ ਬਿਆਨ ਦੇਈ ਜਾਂਦਾ, ਕਿ ਇਹ ਬਿਆਨਬਾਜ਼ੀ ਦੇ ਨਾਲ ਮਸਲੇ ਦਾ ਹੱਲ ਹੋ ਜੂ? ਬਿਲਕੁਲ ਤੁਹਾਡੀ ਗੱਲ ਸਹੀ ਆ। ਇਸ ਮੁੱਦੇ ਦੇ ਵੱਲ ਗੰਭੀਰਤਾ ਦੇ ਨਾਲ ਤੇ ਸੰਜੀਦਗੀ ਨਾਲ ਵਿਚਾਰ ਕਰਨ ਦੀ ਲੋੜ ਆ ਜੀ। ਫਿਰ ਬੇਨਤੀ ਇਹੀ ਆ ਵੀ ਭਾਈ ਕਿਸੇ ਦਾ ਵੀ ਰਾਜ ਹੋਵੇ ਤੇ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਬੀ ਹੋਵੇ, ਇਹ ਗੱਲ ਵਾਜਬ ਨਹੀਂ ਹੈ। ਇਦਾਂ ਕਦੇ ਵੀ ਹੋਣਾ ਨਹੀਂ ਚਾਹੀਦਾ ਤੇ ਕਰਨ ਵਾਲੇ ਨੂੰ ਚੰਗੀ ਤਰੀਕੇ ਦੇ ਨਾਲ ਸਜ਼ਾ ਮਿਲਣੀ ਚਾਹੀਦੀ ਤਾਂ ਜੋ ਬਾਕੀ ਲੋਕਾਂ ਨੂੰ ਕੰਨ ਹੋ ਜਾਣ ਕਿ ਅਸੀਂ ਆਹ ਹਰਕਤ ਨਾ ਕਰੀਏ। ਤੇ ਉਹਨਾਂ ਲੋਕਾਂ ਨੂੰ ਵੀ ਸਖਤੀ ਨਾਲ ਖਿੱਚਣਾ ਚਾਹੀਦਾ ਜਿਹੜੇ ਲੋਕ ਬਾਅਦ ਚ ਕਹਿ ਦਿੰਦੇ ਮਾਨਸਿਕ ਰੋਗੀ ਸੀ, ਮਾਨਸਿਕ ਰੋਗੀ ਹਾਂ ਇਹ ਤਾਂ ਕਰਕੇ ਐਂ ਕਰਤਾ। ਉਹ ਕੋਈ ਮਾਨਸਿਕ ਰੋਗੀ ਨਹੀਂ, ਇਹ ਗੁਰਦੁਆਰੇ ਦੇ ਅੰਦਰ ਵੜ ਕੇ ਧਰਮ ਗ੍ਰੰਥ ਦੇ ਅੰਦਰ ਵੜ ਕੇ ਹੀ ਕਹਿੰਦੇ ਆ। ਪਹਿਲਾਂ ਕਰਤੂਤ ਕਰ ਦਿੰਦੇ, ਬਾਅਦ ਚ ਕਹਿੰਦੇ ਬੇਅਦਬੀ ਤਾਂ ਹੋ ਗਈ ਜੀ, ਇਹਨੂੰ ਤਾਂ ਪਤਾ ਨਹੀਂ ਲੱਗਿਆ, ਇਹ ਤਾਂ ਸੁੱਧ ਬੁੱਧੀ ਹੈ ਨਹੀਂ ਸੀ, ਇਹ ਤਾਂ ਐਂ ਵੀ ਹੈ ਨਹੀਂ ਸੀ, ਇਹ ਬਾਅਦ ਦੀਆਂ ਡਰਾਮੇਬਾਜ਼ੀਆਂ। ਉਸ ਤੋਂ ਅਗਲੀ ਗੱਲ ਇਹ ਆ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਹੋਈ, ਉਸ ਤੋਂ ਬਾਅਦ ਚਰਚੇ ਚੱਲ ਪਏ ਕਿ ਬੀਜੇਪੀ ਤੇ ਅਕਾਲੀ ਦਲ ਦਾ ਗੱਠਜੋੜ ਹੋਣਾ ਕਿ ਹੋਣਾ। ਪਰ ਮੈਨੂੰ ਲੱਗਦਾ ਵੀ ਇੰਨਾ ਪੋਲੇ ਪੈਰੀ ਹੋਣਾ ਨਹੀਂ। ਜਿਸ ਤਰੀਕੇ ਨਾਲ ਬੀਜੇਪੀ ਦੇ ਨੇਤਾਵਾਂ ਦੇ ਬਿਆਨ ਆਉਣ ਲੱਗੇ ਆ, ਉਹ ਇਹ ਗੱਲ ਕਹਿ ਰਹੇ ਕਿ ਨਹੀਂ ਜੀ ਸਾਨੂੰ ਤਾਂ ਹਲੇ ਲੋੜ ਨਹੀਂ, ਸਾਡੀ ਗਤੀ ਵੈਸੇ ਹੀ ਬਹੁਤ ਤੇਜ਼ ਆ, ਅਸੀਂ ਪੰਜਾਬ ਦੇ ਵਿੱਚ ਹਾਲੇ ਸੋਚਿਆ ਨਹੀਂ, ਗੱਠਜੋੜ ਕਰਨ ਦੀ ਆਸ ਕੋਈ ਨਹੀਂ। ਸੋ ਇਉਂ ਲੱਗਦਾ ਜੀ ਕਿ ਹਾਲੇ ਗੱਠਜੋੜ ਦੀ ਆਸ ਨਹੀਂ ਆ। ਪਰ ਇੱਕ ਜ਼ਰੂਰ ਗੱਲ ਆ ਕਿ ਬੀਜੇਪੀ ਨੂੰ ਪਿੰਡਾਂ ਦੇ ਵਿੱਚ ਨਹੀਂ ਆਸ ਤੇ ਅਕਾਲੀ ਦਲ ਨੂੰ ਸ਼ਹਿਰਾਂ ਦੇ ਵਿੱਚ ਨਹੀਂ ਆਸ। ਇਹ ਨਹੀਂ ਪਤਾ ਵੀ ਗੱਠਜੋੜ ਹੋਣਾ ਕਿ ਨਹੀਂ ਹੋਣਾ, ਪਰ ਲੋੜ ਕਾਢ ਦੀ ਮਾਂ ਹੈ। ਅੱਜ ਵੀ ਬੀਜੇਪੀ ਦੇ ਮੂਹਰੇ ਪਿੰਡਾਂ ਦੇ ਵਿੱਚ ਚੁਣੌਤੀ ਪਹਿਲਾਂ ਮੰਗੀ ਆ ਤੇ ਅੱਜ ਵੀ ਅਕਾਲੀ ਦਲ ਦੇ ਮੂਹਰੇ ਸ਼ਹਿਰਾਂ ਦੇ ਵਿੱਚ ਚੁਣੌਤੀ ਪਹਿਲਾਂ ਮੰਗੀ ਆ। ਸੋ ਵੇਖਨੇ ਆ ਵੀ ਭਾਈ ਰਾਜਨੀਤੀ ਕਿਹੜੇ ਪਾਸੇ ਨੂੰ ਮੋੜ ਕੱਟਦੀ ਆ। ਪਰ ਗੱਲ ਇਹ ਵੀ ਹੈ ਨਾ ਟਾਣਾ ਸਾਹਿਬ ਕਿ ਜੇਕਰ ਗੱਠਜੋੜ ਹੋ ਜਾਂਦਾ ਹੈ, ਜੇ ਹੋ ਜਾਂਦਾ ਹੈ, ਤਾਂ ਮੈਨੂੰ ਲੱਗਦਾ ਸਥਿਤੀ ਪਹਿਲਾਂ ਵਾਲੀ ਨਹੀਂ ਰਹੂਗੀ, ਕਿਉਂਕਿ ਜਦੋਂ ਪਹਿਲਾਂ ਗੱਠਜੋੜ ਸੀ ਉਦੋਂ ਹਾਲਾਤ ਹੋਰ ਤਰ੍ਹਾਂ ਦੇ ਸੀ। ਉਦੋਂ ਪਤਨੀ ਹੋਰ ਸੀ ਤੇ ਪਤੀ ਹੋਰ ਸੀ। ਉਦੋਂ ਅਕਾਲੀ ਦਲ ਪਤੀ ਸੀ ਤੇ ਬੀਜੇਪੀ ਪਤਨੀ ਸੀ ਜੀ। ਪਰ ਹੁਣ ਉਦਾਂ ਦੇ ਹਾਲਾਤ ਮੈਨੂੰ ਲੱਗਦਾ ਵੀ ਹੁਣ ਪਤੀ ਬਦਲ ਜਾਣਾ ਤੇ ਪਤਨੀ ਹੋਰ ਹੋਣੀ ਆ ਜੀ। ਤੇ ਉਹ ਜੇ ਇਹ ਰਿਸ਼ਤਾ ਬਦਲ ਗਿਆ, ਜੇ ਪਤੀ ਪਤਨੀ ਬਦਲ ਗਏ, ਤਾਂ ਫਿਰ ਉਸ ਤੋਂ ਬਾਅਦ ਵਿੱਚ ਹਾਲਾਤ ਕਿਹੋ ਜਿਹੇ ਹੋਣਗੇ, ਕੌਣ ਆਪਣਾ ਦਬਦਬਾ ਰੱਖੂਗਾ, ਕੌਣ ਮੋਹਰੇ ਲੱਗੂਗਾ, ਕੌਣ ਪਿੱਛੇ ਰਹੂਗਾ, ਇਹ ਸਾਰਾ ਕੁਝ ਫਿਰ ਸਮਾਂ ਹੌਲੀ ਹੌਲੀ ਬਿਆਨ ਕਰਦਾ। ਬਿਲਕੁਲ। ਮੇਰੀ ਨਾ ਇੱਕ ਨੇਤਾ ਦੇ ਨਾਲ ਗੱਲ ਹੋਈ, ਉਹ ਕਹਿੰਦੇ ਜੀ ਫਲਾਨੀ ਪਾਰਟੀ ਦਾ ਸਾਡੇ ਕੋਲ ਧਾਰਾ ਉਮੀਦਵਾਰ ਲਿਆ। ਮੈਂ ਕਿਹਾ ਧਾਰੀ ਤਾਂ ਅੱਗੇ ਦਾਲ ਦੀ ਕੌਲੀ ਕਹਿੰਦੇ ਹੁੰਦੇ ਸੀ, ਆ ਧਾਰੇ ਪੈਸੇ ਦੇ ਥੋੜੇ ਜਿਹੇ, ਇਹ ਕਹਿੰਦੇ ਹੁੰਦੇ ਸੀ ਧਾਰਾ ਕਿਵੇਂ? ਕਹਿੰਦਾ ਸਾਡੇ ਵਾਲਾ ਪੱਟ ਕੇ ਲਿਖੇ ਗਏ ਆ। ਹਾਂਜੀ, ਕਹਿੰਦੇ ਜਿਹੜੀ ਫਲਾਨੀ ਪਾਰਟੀ ਵਾਲੇ ਆ ਉਹ ਉਹਨਾਂ ਦਾ ਪੱਟ ਕੇ ਲਿਖੇ ਗਏ ਆ, ਧਾਰੇ ਅਸੀਂ ਬੰਦੇ ਭੇਜੇ ਆ। ਨਹੀਂ, ਪਰ ਮੈਂ ਇੱਕ ਭਾਈ ਸਾਹਿਬ ਦੀ ਗੱਲਬਾਤ ਸੁਣ ਰਹੀ ਸੀ, ਉਹ ਕੋਈ ਆਮ ਵੋਟਰ ਸੀ ਟਾਣਾ ਸਾਹਿਬ, ਤੇ ਉਹਨਾਂ ਦੀ ਗੱਲ ਦੇ ਨਾਲ ਮੈਂ 100% ਦੀ ਸਹਿਮਤ ਹਾਂ। ਉਹਨਾਂ ਨੇ ਇਹ ਗੱਲ ਕਹੀ, ਉਹ ਕਹਿੰਦੇ ਵੀ
ਅਸੀਂ ਇਹ ਕਹਿੰਦੇ ਸੀ ਵੀ ਅਸੀਂ ਨਵਾਂ ਬੰਦਾ ਲੈ ਕੇ ਆਉਣਾ ਹੈ ਅੱਗੇ, ਅਸੀਂ ਇਸ ਬੰਦੇ ਨੂੰ ਨਹੀਂ ਇਸ ਬੰਦੇ ਨੂੰ ਚੁਣਨਾ, ਅਸੀਂ ਇਸ ਪਾਰਟੀ ਨੂੰ ਨਹੀਂ ਇਸ ਪਾਰਟੀ ਨੂੰ ਵੋਟ ਪਾ ਕੇ ਅੱਗੇ ਲੈ ਕੇ ਆਉਣਾ ਹੈ, ਤੇ ਮੁੜ ਕੇ ਜੇ ਉਹੀ ਬੰਦਾ ਪਾਰਟੀ ਬਦਲ ਜਾਵੇ ਤਾਂ ਦੱਸੋ ਸਾਡਾ ਕੀ ਕਸੂਰ ਹੈ? ਸਹੀ ਗੱਲ ਆ। ਬੰਦੇ ਕਿੱਥੇ ਜਾਣ ਫਿਰ? ਅੱਜ ਦੀ ਤਰੀਕ ਦੇ ਵਿੱਚ ਨੇਤਾ ਪਾਰਟੀ ਬਦਲਦੇ ਆ, ਵੋਟਰ ਨਹੀਂ ਜੀ। ਵੋਟਰ ਉੱਥੇ ਹੀ ਖੜਾ ਹੁੰਦਾ। ਅੱਗੇ ਕਹਿੰਦੇ ਹੁੰਦੇ ਸੀ ਵੀ ਆ 2000 ਬੰਦਾ ਲੈ ਕੇ 1500 ਬੰਦਾ ਲੈ ਕੇ ਸ਼ਾਮਲ ਹੋਇਆ, ਹੁਣ ਤਾਂ ਕਾਰ 'ਚ ਜਾਂਦੇ ਦੂਜੀ ਪਾਰਟੀ ਜਾ ਕੇ ਕਹਿੰਦੇ ਸਾਰਾ ਹਲਕਾ ਮੇਰੇ ਨਾਲ ਆ, ਤੇ ਹਲਕੇ ਨੂੰ ਪੁੱਛੋ ਤਾਂ ਸਹੀ ਕਹਿੰਦੇ ਕੀ ਆ। ਕਦੇ ਹਲਕੇ ਦੇ ਵਿੱਚ ਵੜ ਕੇ ਪੁੱਛੋ ਵੀ ਆਪ ਜੀ ਦੇ ਬਾਰੇ ਗੱਲ ਕੀ ਕਰਦੇ ਆ, ਫਿਰ ਪਤਾ ਲੱਗੂਗਾ। ਲਓ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਹਰਮਨ ਜੀ, ਪਟਿਆਲੇ ਦੇ ਵਿੱਚ ਇੱਕ ਪਿੰਡ ਆ ਜੀ, ਉਹ ਪਿੰਡ ਦਾ ਨਾਂ ਤਾਂ ਮੇਰੇ ਚੇਤੇ 'ਚੋਂ ਵਿਸਰ ਗਿਆ, ਇਹ ਮੇਰੇ ਕੋਲ ਗੁਸਤਾਖੀ ਹੋ ਗਈ ਆ, ਪਰ ਸਰਦਾਰ ਗੁਲਾਬ ਸਿੰਘ ਸ਼ੇਰਗਿੱਲ ਆ, ਅੱਛਾ ਜੀ, ਜਿਹੜੇ ਕਿ ਪੁਲਿਸ ਅਧਿਕਾਰੀ ਆ ਜੀ। ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਾਂ ਪੁਲਿਸ ਅਧਿਕਾਰੀ ਹੁੰਦੇ ਤੇ ਬਾਅਦ ਦੇ ਵਿੱਚ ਆ ਜਾਂਦੇ ਟਰੈਕ ਸੂਟ ਦੇ ਵਿੱਚ। ਉਹ ਫਿਰ ਬੱਚੀਆਂ ਜਿਹੜੀਆਂ 9 ਸਾਲ ਤੋਂ ਲੈ ਕੇ 12 13 14 ਸਾਲ ਦੀਆਂ, ਉਹਨਾਂ ਨੂੰ ਫਿਰ ਨਾ ਕ੍ਰਿਕਟ ਦੀ ਟ੍ਰੇਨਿੰਗ ਦਿੰਦੇ ਆ, ਕ੍ਰਿਕਟ ਦਾ ਅਭਿਆਸ ਕਰਾਉਂਦੇ ਆ ਜੀ। ਉਹਨਾਂ ਨੇ ਖੇਤਾਂ ਦੇ ਵਿੱਚ ਹੀ ਉਹ ਸਾਰੀਆਂ ਵਿਕਟਾਂ ਮੁਕਟਾਂ ਲਾ ਕੇ ਇਹਨਾਂ ਬੱਚੀਆਂ ਦੇ ਵਾਸਤੇ ਪ੍ਰਬੰਧ ਕੀਤੇ ਆ। ਸਾਰਾ ਪਰਿਵਾਰ ਹੀ, ਇਹਨਾਂ ਦੀ ਮਾਤਾ, ਇਹਨਾਂ ਦੀ ਪਤਨੀ, ਇਹਨਾਂ ਦੀ ਭੈਣ, ਇਹ ਸਾਰੇ ਦੇ ਸਾਰੀ ਉਹਨਾਂ ਵਿਦਿਆਰਥਣਾਂ ਦੀ ਸਿਹਤ ਬਾਰੇ, ਉਹਨਾਂ ਦੀ ਖੁਰਾਕ ਦੇ ਬਾਰੇ, ਉਹਨਾਂ ਦੀਆਂ ਵਰਦੀਆਂ ਦੇ ਬਾਰੇ ਖਿਆਲ ਕਰਦੇ ਆ, ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਬੱਚੀਆਂ ਨੇ ਉਹਨਾਂ ਨੂੰ ਕ੍ਰਿਕਟ ਖੇਡਣ ਵਾਸਤੇ ਤਿਆਰੀ ਦਿੱਤੀ ਜਾ ਰਹੀ ਆ। ਕੀ ਬਾਤ ਹੈ। ਤੇ ਭਵਿੱਖ ਦੇ ਵਿੱਚ ਇਹ ਕੁੜੀਆਂ ਚਿੜੀਆਂ ਸੋਹਣਾ ਕੰਮ ਕਰ ਦਿਖਾਉਣ, ਇਹ ਖੇਡ ਦੇ ਵਿੱਚ ਨਵੀਂ ਮੱਲ ਮਾਰਨ। ਉਹ ਕਹਿੰਦੇ ਵੀ ਸਾਡੀ ਦਿਨ ਰਾਤ ਦੀ ਕੋਸ਼ਿਸ਼ ਇਹੀ ਆ। ਵਾਹ, ਬਹੁਤ ਸੋਹਣਾ ਉਪਰਾਲਾ ਟਾਣਾ ਸਾਹਿਬ। ਪਰ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦੀ ਆ ਵੀ ਇਹਨਾਂ ਦੇ ਵਿੱਚ ਵੀ ਨੁਕਸ ਕੱਢਣ ਵਾਲੇ ਬਹੁਤ ਹੋਣਗੇ, ਹੈ ਨਾ। ਇਹਨਾਂ ਦੀ ਕੰਮ ਦੇ ਵਿੱਚ ਵੀ ਨਗੋਚ ਕੱਢਣ ਵਾਲੇ ਬਹੁਤ ਹੋਣਗੇ, ਮੈਨੂੰ ਐ ਨਹੀਂ ਐ ਕਰਨਾ ਚਾਹੀਦਾ, ਵੇਲੇ ਹੋਰ ਕੰਮ ਕਰ ਲੈਣਾ ਸੀ। ਮੈਨੂੰ ਜੇ ਕੋਈ ਬੰਦਾ ਆ ਕੇ ਕਹੇ ਨਾ ਵੀ ਫਲਾਣਾ ਬੰਦਾ ਜਿਹੜਾ ਉਹ ਯਾਰ ਐਂ ਕਰੀ ਜਾਂਦਾ ਤੇ ਵਿਹਲਾ, ਉਹਨੂੰ ਕਿਹੜਾ ਕੰਮ ਹੈ, ਮੈਂ ਕਹਿੰਦਾ ਤੂੰ ਦੱਸ ਕੀ ਪਹਾੜੋਂ ਪੱਥਰ ਲਿਆਂਦਾ। ਆਪਾਂ ਉਹਦੀ ਗੱਲ ਕਰਕੇ ਕਿੰਨਾ ਕੁ ਟਾਈਮ ਦਾ ਸਹੀ ਉਪਯੋਗ ਕਰ ਰਹੇ ਹਾਂ। ਮੈਂ ਤਾਂ ਇੱਕੋ ਹੀ ਸਵਾਲ ਕਰਦਾ ਹੁੰਨਾ ਵੀ ਤੂੰ ਕੀ ਕੀਤਾ ਅਜ ਤੱਕ, ਜਾਂ ਤਾਂ ਇਹ ਦੱਸ ਵੀ ਉਹਨੂੰ ਤਾਂ ਆਉਂਦਾ ਨਹੀਂ ਤੇ ਆਪ ਜੀ ਨੇ ਕਮਾਲ ਕਰਤੀ, ਤੇ ਜਿਹੜੇ ਵੀ ਕੰਮ ਦੇ ਵਿੱਚ ਕਮਾਲ ਕੀਤੀ ਦਾ ਵੇਰਵਾ ਦੱਸੋ ਮੈਨੂੰ। ਐ ਨਹੀਂ ਵੀ ਤੁਰੇ ਜਾਂਦੇ ਛੁਰਲੀ ਛੱਡ ਕੇ ਫੁਰਮ ਕਰਕੇ ਉਹ ਨਿਕਲ ਜਾਓ, ਗੱਲ ਕਰਕੇ ਜਾਓ ਮੇਰੇ ਨਾਲ। ਐ ਮੈਂ ਤੁਹਾਡੀ ਪਿੱਠ ਨਾਲ ਥੋੜੀ ਗੱਲਾਂ ਕਰਨੀਆਂ, ਮੂੰਹ ਮੇਰੇ ਵੱਲ ਕਰੋ। ਸਹੀ ਜਵਾਬ ਦਿਓ ਜੀ। ਸੋ ਇਸ ਲਈ ਇਹਨਾਂ 'ਚ ਵੀ ਨਗੋਚਾ ਕੱਢਣ ਵਾਲੇ ਬਹੁਤ ਹੋਣਗੇ, ਪਰ ਮੈਨੂੰ ਲੱਗਦਾ ਹੈ ਕਿ ਇਹੋ ਜਿਹੇ ਲੋਕਾਂ ਤੋਂ ਕੁਝ ਨਾ ਕੁਝ ਸਿੱਖਣਾ ਚਾਹੀਦਾ। ਦੇਖੋ, ਉਹਨਾਂ ਦਾ ਇਕੱਲਿਆਂ ਦਾ ਕੰਮ ਨਹੀਂ ਹੈ, ਉਹਨਾਂ ਨੂੰ ਕੀ ਮਿਲਦਾ ਹੋਊਗਾ, ਆਪਣਾ ਸਮਾਂ ਵੀ ਦਿੰਦੇ ਨੇ, ਉਹ ਬੱਚਿਆਂ ਦੀ ਵਰਦੀਆਂ ਦਾ, ਬੱਚਿਆਂ ਦੀ ਖੁਰਾਕ ਦਾ, ਸਭ ਚੀਜ਼ ਦਾ ਉਹ ਖਿਆਲ ਰੱਖਦੇ ਨੇ। ਉਹਨਾਂ ਨੂੰ ਇਹਦੇ ਵਿੱਚ ਇਕੱਲਿਆਂ ਨੂੰ ਤਾਂ ਕੋਈ ਫਾਇਦਾ ਨਹੀਂ ਹੈ ਨਾ, ਉਹਨਾਂ ਬੱਚੀਆਂ ਨੂੰ ਵੀ ਫਾਇਦਾ, ਬੱਚੀਆਂ ਦੇ ਪਰਿਵਾਰਾਂ ਨੂੰ ਵੀ ਫਾਇਦਾ, ਪੂਰੇ ਪਿੰਡ ਨੂੰ, ਪੂਰੇ ਇਲਾਕੇ ਨੂੰ ਫਾਇਦਾ, ਕਿਉਂਕਿ ਕੱਲ ਨੂੰ ਜਦੋਂ ਇਹ ਬੱਚੀਆਂ ਕੁਝ ਬਣਨਗੀਆਂ ਤਾਂ ਸਾਰੇ ਇਲਾਕੇ ਦਾ, ਪਿੰਡ ਦਾ, ਆਪਣੇ ਸੂਬੇ ਦਾ ਨਾਂ ਰੌਸ਼ਨ ਕਰਨਗੀਆਂ, ਹੈ ਨਾ। ਸੋ ਇਹੋ ਜਿਹੇ ਲੋਕ ਪਿੰਡ ਦੇ ਵਿੱਚ ਹੋਣੇ ਚਾਹੀਦੇ। ਤੁਹਾਡੇ ਕੋਲੇ ਜਿੰਨੀ ਕੁ ਵੀ ਸਮਰੱਥਾ, ਤੁਸੀਂ ਹੋ ਸਕਦਾ 500 ਰੁਪਏ ਦੇ ਸਮਰੱਥ ਹੋ ਸਕਦਾ 5 ਲੱਖ ਰੁਪਏ ਦੇ ਸਮਰੱਥ ਹੋ, ਪਰ ਆਪਦੀ ਇੱਕ ਮਨ, ਇੱਕ ਚਿੱਤ, ਇੱਕ ਧੁਨ ਦੇ ਵਿੱਚ ਹੋ ਕੇ ਜਿੰਨਾ ਕੁ ਜਿੱਥੇ ਵੀ ਜਿਵੇਂ ਵੀ ਕਰ ਸਕਦੇ ਆ ਉਹ ਕਰੋ ਜ਼ਰੂਰ ਜੀ। ਬਿਲਕੁਲ। ਤੇ ਕਦੇ ਵੀ ਇਸ ਗੱਲ ਦੀ ਪਰਵਾਹ ਨਾ ਕਰੋ ਕੋਈ ਕੀ ਕਹੂਗਾ। ਜਦੋਂ ਪੈਸੇ ਤੁਸੀਂ ਖਰਚਣੇ ਆ, ਤੁਸੀਂ ਨੇਕ ਨੀਤੀ ਨਾਲ ਖਰਚਣੇ ਆ, ਤਾਂ ਬਾਹਲੀ ਕਿਸੇ ਦੀ ਰਾਏ ਲੈਣ ਦੀ ਲੋੜ ਨਹੀਂ। ਜੇ ਰਾਇਆਂ ਦੇ ਚੱਕਰ ਦੇ ਵਿੱਚ ਪੈ ਜਾਓਗੇ 3600 ਜਣਾ ਰਾਏ ਦੇਣ ਵਾਲਾ ਮਿਲ ਜਾਂਦਾ, ਪਰ ਜਦੋਂ ਲੋੜ ਪੈਂਦੀ ਉਹਦੇ ਨਾਲ ਕੋਈ 50 ਰੁਪਏ ਨਹੀਂ ਕੱਢ ਕੇ ਫੜਾਉਂਦਾ। ਸੋ ਇਸ ਕਰਕੇ ਬੇਨਤੀ ਹੈ ਵੀ ਕਰੋ, ਤੇ ਜਿਹੜੇ ਕਰਦੇ ਆ, ਜੇਕਰ ਅਸੀਂ ਪੈਸੇ ਨਹੀਂ ਦੇ ਸਕਦੇ, ਜ਼ਰੂਰੀ ਨਹੀਂ ਸਾਰੇ ਪੈਸੇ ਦੇ ਸਕਣ, ਵੈਸੇ ਸਾਥ ਨਾਲ ਬੰਦੇ ਦਾ ਸਾਥ ਦਿਓ ਵੀ ਵੀਰੇ ਸਾਡੇ ਕੋਲੋਂ ਤਾਂ ਨਹੀਂ ਹੋਇਆ ਏ ਜੀ, ਤੂੰ ਯਾਰ ਬਹੁਤ ਸੋਹਣਾ ਕੰਮ ਕਰਦਾ, ਸ਼ੇਰਾ ਤੇਰੇ ਨਾਲ ਖੜੇ ਆ ਜੀ। ਤੇ ਜੇ ਚੰਗਾ ਨਹੀਂ ਕਹਿ ਸਕਦੇ ਤਾਂ ਮਾੜਾ ਵੀ ਨਾ ਕਹੋ। ਘਰ 'ਚ ਬੈਠ ਕੇ ਐਵੇਂ ਕਿਸੇ ਦੇ ਬਾਬਤ ਕੋਈ ਵੀ ਜਿਹੜੀ ਕਹਿ ਲੋ ਵੀ ਮਨ ਘੜੰਤ ਜੀ ਆਪਾਂ ਕਹਾਣੀ ਜੀ ਬਣਾ ਲੈਂਦੇ ਹੁੰਦੇ ਆ, ਉਹ ਵੀ ਬਣਾਉਣ ਦੀ ਲੋੜ ਨਹੀਂ। ਜਿਹੜੇ ਕੰਮੇ ਲੱਗਿਆ ਫਿਰ ਉਹਨੂੰ ਲੱਗੇ ਰਹਿਣ ਤੋਂ। ਵੈਸੇ ਮਨ ਘੜੰਤ ਨਹੀਂ, ਮਨ ਘੜਤ ਹੁੰਦਾ। ਤੇ ਅਗਲੀ ਗੱਲ ਇਹ ਆ ਵੀ ਜਿਹੜੀਆਂ ਚਮਚਾਗਰੀਆਂ ਨਹੀਂ ਕਰਨੀਆਂ ਚਾਹੀਦੀਆਂ ਜੀ। ਚਮਚਿਆਂ ਦਾ ਕੋਈ ਵਜੂਦ ਨਹੀਂ ਹੁੰਦਾ, ਚਮਚਿਆਂ ਨੂੰ ਕੋਈ ਨਹੀਂ ਪੁੱਛਦਾ। ਆਪਾਂ ਵਿਆਹ ਦੇ ਵਿੱਚ ਸਮਾਨ ਲੈ ਕੇ ਆਉਨੇ ਆ, ਟੈਂਟ ਵਾਲੇ ਤੋਂ ਆਪਾਂ ਪ੍ਰਾਂਤਾਂ, ਗਲਾਸ, ਥਾਲ, ਹੋਰ ਪਤੀਲੇ, ਚਾਹ ਪੋਣੀਆਂ, ਬੜਾ ਕੁਝ ਲੈ ਕੇ ਆਉਨੇ ਆ। ਫਿਰ ਉਹ ਕਹਿੰਦੇ ਵੀ ਗਿਣਤੀ ਕਰਕੇ ਵਾਪਸ ਮੋੜ ਕੇ ਆਉਣੇ ਆ। ਉਹ ਵੀ ਕਹਿੰਦਾ ਚਮਚਿਆਂ ਦਾ ਛੱਡੋ ਜੀ, ਚਮਚੇ ਤਾਂ 25 30 ਘੱਟ ਹੀ ਜਾਂਦੇ ਹੁੰਦੇ ਆ। ਦੇਖੋ, 20-50 ਚਮਚੇ ਐਂ ਘੱਟ ਜਾਂਦੇ ਹੁੰਦੇ ਆ। ਕਹਿਣਾ ਸਾਹਿਬ, ਪਹਿਲਾਂ ਜ਼ਮਾਨਾ ਸੀ ਚਾਂਦੀ ਦੇ ਚਮਚੇ ਹੁੰਦੇ ਸੀ, ਅੱਜ ਕੱਲ ਚਮਚਿਆਂ ਦੀ ਚਾਂਦੀ ਹੈ। ਹਾਂ, ਬਹੁਤ ਖੂਬ ਹੈ ਗੱਲਬਾਤ। ਵੱਡੇ ਵੱਡੇ ਵੇਲਚੇ ਨੇ। ਸਹੀ ਸਹੀ। ਲਓ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਪ੍ਰਾਈਮ ਏਸ਼ੀਆ ਟੀਵੀ ਦੇਖਣ ਵਾਲੇ ਸਾਰੇ ਹੀ ਸਾਡੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਨਾਲ ਨੇ ਹਰਮਨ ਸਿੰਘ ਜੀ, ਤੇ ਅਸੀਂ ਚੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ। ਹਾਂਜੀ, ਇੱਕ ਵਾਰ ਫੇਰ ਵਕਫੇ ਤੋਂ ਬਾਅਦ। ਹਾਂਜੀ, ਮੈਨੂੰ ਇਹ ਕਹਿਣਾ ਕਿ ਜਿਹੜੀ ਉਹਨਾਂ ਬੜੇ ਦੱਸ ਦਿਆ ਕਰੋ ਵੀ ਐ ਚੱਕ ਦੇ ਕੰਮ ਜੀ, ਫਿਰ ਮੈਂ ਕਰ ਦੇਣਾ ਹੁੰਦਾ। ਨਹੀਂ, ਬਿਲਕੁਲ ਸਹੀ ਕਰਦੇ ਹੋ ਟਹਿਣਾ ਸਾਹਿਬ ਤੁਸੀਂ। ਹਾਂ, ਬਿਲਕੁਲ ਸਹੀ। ਫਿਰ ਮੈਂ ਕਿਹੜਾ ਕਹਿੰਦਾ ਬਈ ਜਿਵੇਂ ਹਰ ਰੋਜ਼ ਹੁੰਦਾ ਉਵੇਂ ਹੀ। ਮੈਂ ਜਿੰਨੇ ਵਾਰੀ ਕਹੂੰਗੇ ਵੱਖਰਾ ਜਿਹਾ ਹੋ ਜਾਣਾ। ਹਾਂ, ਤੇ ਨਵਾਂ ਜਿਹਾ ਹੋਣਾ ਚਾਹੀਦਾ ਨਾ, ਹਰ ਵਾਰੀ ਕੁਛ ਨਾ ਕੁਛ, ਤੇ ਵਧੀਆ ਗੱਲ ਹੈ। ਅੱਛਾ, ਨਵਾਂਪਣ ਚੰਗਾ ਹੁੰਦਾ। ਹਰਮਨ ਜੀ ਦੱਸੋ ਵੀ ਜਦੋਂ ਤੁਸੀਂ ਨਿੱਕੇ ਸੀ, ਹਾਂਜੀ, ਤਾਂ ਤੁਹਾਡੇ ਵੀ ਇੱਧਰ ਪਿੰਡਾਂ ਦੇ ਵੱਲ ਸੀ ਵੀ ਭਾਈ ਅੱਗ ਉਧਾਰੀ ਲੈ ਕੇ ਆਉਣੀ ਹੈ?
ਟਾਣਾ ਸਾਹਿਬ ਜੇ ਸਹੀ ਦੱਸਾਂ ਤਾਂ ਮੈਂ ਆਪਣੀ ਹੋਸ਼ ਦੇ ਵਿੱਚ ਨਹੀਂ ਵੇਖਿਆ। ਅਸੀਂ ਦੇਖੀ ਆ ਜੀ। ਆਂਢ ਗੁਆਂਢ ਦੇ ਵਿੱਚੋਂ ਅੱਗ ਉਧਾਰੀ ਲੈ ਕੇ ਆਉਣੀ, ਅੱਛਾ ਜੀ। ਕਿਉਂਕਿ ਉਦੋਂ ਦੀ ਸਿੱਖਾਂ ਦੀ ਡੱਬੀ ਜਿਹਨੂੰ ਆਪਾਂ ਕਹਿੰਦੇ ਮਾਚਸ ਕਹਿੰਦੇ ਆ, ਹਾਂਜੀ, ਉਹ ਵੀ ਵਿਰਲੇ ਟਾਵੇਂ ਘਰਾਂ ਦੇ ਵਿੱਚ ਦੇਖੀ। ਠੀਕ। ਉਹਦਾ ਹੁੰਦੀ ਸੀ ਪਰ ਉਹਨੂੰ ਐਵੇਂ ਫਾਲਤੂ ਨਹੀਂ ਸੀ ਬਾਲਦੇ। ਫਿਰ ਲਾਈਟਰ ਲੂਟਰ ਵਾਲਾ ਤਾਂ ਪ੍ਰਬੰਧ ਹੀ ਹੈ ਨਹੀਂ ਸੀ, ਸਿਲੰਡਰ ਉਦੋਂ ਹੈ ਨਹੀਂ ਸੀ, ਤੇ ਉਦੋਂ ਅੱਗ ਉਧਾਰੀ ਲੈ ਕੇ ਆਉਂਦੇ ਸੀ। ਮੰਨ ਲਓ ਵੀ ਤੁਹਾਡੇ ਘਰੇ ਆ, ਵੀ ਭਾਈ ਸਾਡਾ ਤਾਂ ਗੋਹਾ ਬੁੱਝ ਗਿਆ ਤੇ ਤੁਹਾਡੇ ਗੋਹਾ ਬਲਦਾ, ਤੁਹਾਡੇ ਕੋਲੋਂ ਇੱਕ ਧੁਖਦੀ ਹੋਈ ਪਾਥੀ ਲਿਆਉਣੀ। ਅੱਛਾ ਜੀ। ਜਦੋਂ ਔਰਤਾਂ ਕੰਮਕਾਜ ਰਾਤ ਦਾ ਸੰਪੰਨ ਕਰ ਲੈਂਦੀਆਂ ਸੀ, ਰੋਟੀ ਟੁੱਕ ਬਣਾ ਲਿਆ, ਦੁੱਧ ਉਬਾਲ ਲਿਆ, ਜੋ ਕੰਮ ਕਰਨਾ ਸੀ, ਉਸ ਤੋਂ ਬਾਅਦ ਇੱਕ ਪਾਥੀ ਅੱਗ ਦੇ ਵਿੱਚ ਰੱਖ ਦਿੰਦੀਆਂ ਸੀ। ਉਹ ਪਾਥੀ ਹੌਲੀ ਹੌਲੀ ਧੁਖਦੀ ਰਹਿੰਦੀ ਸੀ। ਸਵੇਰੇ ਉੱਠ ਕੇ ਫੂਕਾ ਮਾਰ ਕੇ ਉਹਦੇ ਰਾਹੀਂ ਹੀ ਅੱਗ ਬਾਲ ਲੈਂਦੇ ਸੀ। ਗੁਆਂਢੀ ਕਈ ਵਾਰੀ ਅੱਗ ਉਧਾਰੀ ਮੰਗਣ ਆ ਜਾਂਦੇ ਸੀ ਵੀ ਭਾਈ ਸਾਡੇ ਕੋਲ ਤਾਂ ਅੱਗ ਲਾਉਣ ਦਾ ਕੋਈ ਪ੍ਰਬੰਧ ਹੈ ਨਹੀਂ, ਅੱਗ ਬਾਲਣ ਦਾ ਪ੍ਰਬੰਧ ਹੈ ਨਹੀਂ, ਸਾਨੂੰ ਥੋੜੀ ਜਿਹੀ ਅੱਗ ਚਾਹੀਦੀ ਆ, ਤੇ ਕੜਛੀ ਦੇ ਵਿੱਚ ਪਾ ਕੇ ਅੱਗ ਲੈ ਕੇ ਜਾਣੀ ਉਹਨਾਂ ਨੇ। ਅੱਛਾ ਜੀ। ਉਹ ਵੀ ਦੌਰ ਸੀ, ਉਦੋਂ ਅੱਗ ਉਧਾਰੀ ਲੈ ਕੇ ਜਾਂਦੇ ਸੀ। ਹੁਣ ਘਰ ਘਰ ਦੇ ਵਿੱਚ ਅੱਗ ਲਾਈ ਜਾਂਦੀ ਹੈ। ਹਾਂ, ਉਦੋਂ ਅੱਗ ਮੰਗੀ ਜਾਂਦੀ ਸੀ। ਫਰਕ ਹੁਣ ਇਹ ਪੈ ਗਿਆ ਜੀ। ਅੱਗੇ ਅੱਗ ਜਿਹੜੀ ਹੈ ਉਹ ਪਵਿੱਤਰਤਾ ਦੀ ਇੱਕ ਨਿਸ਼ਾਨੀ ਹੱਲੇ ਵੀ ਹੈ, ਵੈਸੇ ਤਾਂ ਬਹੁਤ ਸਾਰੇ ਲੋਕ ਸਾਂਝ ਦੀ ਗੱਲ ਆ ਅਸਲ ਦੇ ਵਿੱਚ, ਪਰ ਹੁਣ ਬਹੁਤੇ ਲੋਕ ਅੱਗ ਲਾਉਣ ਦੇ ਵਿੱਚ ਵਿਸ਼ਵਾਸ ਕਰਦੇ ਨੇ। ਜਿਵੇਂ ਤੁਸੀਂ ਕਿਹਾ, ਇਹ ਅਸੀਂ ਪਤਾ ਨਹੀਂ ਕਿਉਂ ਕਿਹੜੇ ਵਾਲੇ ਪਾਸੇ ਨੂੰ ਤੁਰ ਪਏ, ਸਮਝ ਤੋਂ ਬਾਹਰ ਦੀਆਂ ਗੱਲਾਂ ਨੇ। ਪਰ ਪਹਿਲਾ ਮਾਹੌਲ, ਪਹਿਲਾ ਸਮਾਂ ਬਹੁਤ ਚੰਗਾ ਸੀ। ਸਹੀ ਗੱਲ ਆ। ਲੋਕ ਮਿਲ ਕੇ ਰਹਿੰਦੇ ਸੀ ਟਾਣਾ ਸਾਹਿਬ, ਔਰ ਮੈਨੂੰ ਲੱਗਦਾ ਕਿ ਉਦੋਂ ਵਧੇਰੇ ਆਪਣੀ ਇੱਜ਼ਤ ਦੀ ਗੱਲ ਕੀਤੀ ਜਾਂਦੀ ਸੀ, ਵਧੇਰੇ ਸ਼ਰਮ ਦੀ ਗੱਲ ਕੀਤੀ ਜਾਂਦੀ ਸੀ, ਵਧੇਰੇ ਇਹ ਪਾਠ ਆਪਣੀਆਂ ਪੀੜ੍ਹੀਆਂ ਨੂੰ ਪੜ੍ਹਾਇਆ ਜਾਂਦਾ ਸੀ। ਪਰ ਅੱਜ ਇਹ ਚੀਜ਼ਾਂ ਗਾਇਬ ਹੋ ਗਈਆਂ। ਅੱਜ ਸੁੱਖਾਂ ਲੱਦੇ ਹੋ ਗਏ ਆ, ਪਰ ਨੈਤਿਕ ਤੌਰ ਦੇ ਉੱਤੇ ਬੌਣੇ ਹੋ ਗਏ ਆ ਜੀ। ਸਹੂਲਤਾਂ ਦੇ ਵਿੱਚ ਕੱਦ ਵੱਡੇ ਹੋ ਗਏ ਆ, ਪਰ ਇਖਲਾਕੀ ਤੌਰ ਦੇ ਉੱਤੇ ਮੁੱਕਦੇ ਜਾਂਦੇ ਆ। ਪਤਾ ਨਹੀਂ ਕਿਉਂ ਦੂਜੇ ਨੂੰ ਨੀਵਾਂ ਦਿਖਾਉਣ ਦੇ ਵਿੱਚ ਅਸੀਂ ਆਪਣੇ ਆਪ ਨੂੰ ਕਿਉਂ ਵੱਡਾ ਮਹਿਸੂਸ ਕਰਨ ਲੱਗ ਗਏ। ਬਿਲਕੁਲ ਸਹੀ। ਇਹ ਗੱਲਾਂ ਸਮਝ ਤੋਂ ਬਾਹਰ ਨੇ। ਖੈਰ ਕੋਈ ਗੱਲ ਨਹੀਂ, ਬਾਅਦ ਚ ਉਲਾਮੇ ਰਹਿ ਜਾਂਦੇ ਨੇ ਟਾਣਾ ਸਾਹਿਬ, ਕਿਉਂਕਿ ਮੈਨੂੰ ਇੰਨਾ ਪਤਾ ਕਿ ਇਤਿਹਾਸ ਆਪਣੇ ਆਪ ਨੂੰ ਜ਼ਰੂਰ ਦੁਹਰਾਉਂਦਾ, ਔਰ ਜਿਹਾ ਬੀਜੋਗੇ ਉਹੋ ਜਿਹਾ ਹੀ ਵੱਢੋਗੇ, ਗੁਰਬਾਣੀ ਵੀ ਬਿਲਕੁਲ ਸਹੀ ਹੈ ਜੀ। ਖੈਰ ਆਪਾਂ ਹੁਣ ਅਗਲੀਆਂ ਖਬਰਾਂ ਵੱਲ ਨੂੰ ਵਧੀਏ ਟਾਣਾ ਸਾਹਿਬ। ਆਸਾਮ ਦੇ ਵਿੱਚ ਕਹਿੰਦੇ ਕੁਝ ਹੋਰ ਹੀ ਹੋ ਗਿਆ। ਕੀ ਹੋਇਆ ਤੁਹਾਨੂੰ ਨਹੀਂ ਪਤਾ ਲੱਗਿਆ? ਜਿਹੜੇ ਅਸਾਮ ਦੇ ਮੁੱਖ ਮੰਤਰੀ ਸਾਹਿਬ ਹਨ, ਹੇਮੰਤ ਬਿਸਵਾ ਸਾਹਿਬ ਜੀ, ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੇ 300 ਪੁਲਿਸ ਕਰਮਚਾਰੀ ਤੇ ਹੋਰ ਅਧਿਕਾਰੀ ਇੱਥੇ दारू ਪੀਣੋਂ ਨਹੀਂ ਸੀ ਹਟਦੇ, ਜਿਨ੍ਹਾਂ ਨੇ ਆਪਣੀ ਸਿਹਤ ਨੂੰ ਇੰਨੀ ਕੁ ਖਰਾਬ ਕਰ ਲਿਆ ਵੀ ਭਾਈ ਪਤਾ ਹੀ ਕੋਈ ਨਹੀਂ ਕੱਲ ਨੂੰ ਕੀ ਹੋਵੇ ਤੇ ਕੀ ਨਾ ਹੋਵੇ, ਉਹਨਾਂ ਨੂੰ ਅਸੀਂ ਸਵੈ ਇੱਛਾ ਦੇ ਮੁਤਾਬਕ, ਸਵੈ ਇੱਛਾ ਮੁਤਾਬਕਤਾ ਵਿੱਚ ਸ਼ਬਦ ਆ ਵੀ ਉਹਨਾਂ ਨੂੰ ਅਸੀਂ ਜ਼ਬਰਦਸਤੀ ਰਿਟਾਇਰ ਕਰ ਦੇਣਾ, ਸੇਵਾ ਮੁਕਤ ਕਰ ਦੇਣਾ। ਉਹਨਾਂ ਦੀ ਥਾਂ ਦੇ ਉੱਤੇ ਨਵੀਂ ਭਰਤੀ ਕੀਤੀ ਜਾ ਰਹੀ ਹੈ ਤੇ ਮੁੱਖ ਮੰਤਰੀ ਸਾਹਿਬ ਦੇ ਇਸ ਕਦਮ ਦੀ ਸ਼ਲਾਘਾ ਵੀ ਹੋ ਰਹੀ ਹੈ। ਉਹ ਕਹਿੰਦੇ ਯਾਰ ਜਿਹੜੇ ਬੰਦੇ ਨੇ ਆਪਦੀ ਸਿਹਤ ਨਹੀਂ ਸੰਭਾਲੀ, ਉਹ ਬੰਦਾ ਆਪਦਾ ਸੂਬਾ ਕਿਵੇਂ ਸੰਭਾਲੂਗਾ? ਸਹੀ ਕਿਹਾ। ਉਹ ਬੰਦਾ ਆਪਣਾ ਵਿਭਾਗ ਕਿਵੇਂ ਸੰਭਾਲੂਗਾ? ਉਹ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਕਿਵੇਂ ਸੰਭਾਲੂਗਾ? ਕਿਉਂਕਿ ਇਹਨਾਂ ਲੋਕਾਂ ਦੀ ਸਿਹਤ ਦੇ ਵਿੱਚ ਕਈ ਤਰ੍ਹਾਂ ਦੇ ਵਿਗਾੜ ਆ ਗਏ। ਮੈਡੀਕਲ ਰਿਪੋਰਟਾਂ ਆਈਆਂ ਵੀ ਭਾਈ ਲਿਵਰ ਖਰਾਬ ਬਿਲਕੁਲ ਹੀ ਖਤਮ ਹੋਇਆ ਪਿਆ, ਇਹਨਾਂ ਦਾ ਕਰੀਏ ਕੀ ਹੁਣ? ਸੋ ਇਸ ਕਰਕੇ ਜਿਹੜੇ ਬੰਦਿਆਂ ਨੇ दारू ਪੀ ਕੇ, ਨਸ਼ਾ ਪੱਤਾ ਖਾ ਕੇ, ਭਾਵੇਂ ਉਹ ਕਿਸੇ ਵੀ ਮਹਿਕਮੇ 'ਚ, ਭਾਵੇਂ ਸਾਡਾ ਪੱਤਰਕਾਰ ਭਾਈਚਾਰਾ ਹੀ ਆ, ਜਿਹੜਾ ਪੱਤਰਕਾਰ 5 ਵਜੇ ਨੂੰ दारू ਪੀ ਕੇ ਲੇਟਣ ਲੱਗ ਜਾਂਦਾ ਤੇ ਰਾਤ ਨੂੰ 9 ਵਜੇ ਖਬਰ ਕੋਈ ਆਵੇ, ਘਟਨਾ ਵਾਪਰੇ, ਤੇ ਉਹਨੇ ਸਵਾਹ ਉਹਦਾ ਨਿਚੋੜ ਕੱਢਣਾ? ਕਦੇ ਵੀ ਨਹੀਂ। ਉਹਨੇ ਤਾਂ ਫਿਰ ਐਂ ਪਿਆ ਹੀ ਰਹਿਣਾ, ਉਹਨੇ ਤੜਕੇ ਕਹਿਣਾ ਮੇਰੀ ਹੁਣ ਹੱਡ ਭਰਨੀ ਜੀ ਬਹੁਤ ਆ, ਪਹਿਲਾਂ ਲੱਸੀ ਦਾ ਗਲਾਸ ਲੈ ਕੇ ਆਓ। ਜਦੋਂ ਤੱਕ ਖਬਰ ਆਉਂਦੀ ਉਦੋਂ ਤੱਕ ਫਿਰ ਉਹਦਾ ਪੀਣ ਦਾ ਵੇਲਾ ਹੋ ਜਾਂਦਾ। ਇਸ ਕਰਕੇ ਭਾਈ दारू ਤੋਂ ਬਚੋ, ਤੇ ਜੇਕਰ ਤੁਸੀਂ ਨਹੀਂ ਬਚ ਸਕਦੇ ਤਾਂ ਕੋਈ ਤਰੀਕਾ ਹੁੰਦਾ ਪੀਣ ਦਾ। ਹਾਂਜੀ, ਇਹ ਉਹ ਨਹੀਂ ਵੀ ਜਦੋਂ ਮਿਲ ਗਈ ਮੁਫਤ ਦੀ ਗੜਗੜ ਕਰਕੇ ਨੱਪੀ ਤੁਰੀ ਆਓ। ਹਾਂ ਵੀ ਇਨਸਾਨ ਹੋ ਤੁਸੀਂ, ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ, ਬਾਕੀ ਸਾਰੀਆਂ ਗੱਲਾਂ ਬਾਅਦ ਚ। ਮੈਂ ਤਾਂ ਕਹਿੰਦਾ ਪੰਜਾਬ 'ਚ ਵੀ ਹੋਣਾ ਚਾਹੀਦਾ ਹੈ, ਭਾਵੇਂ ਪੁਲਿਸ ਮੁਲਾਜ਼ਮ ਆ, ਭਾਵੇਂ ਡਾਕਟਰ ਆ, ਭਾਵੇਂ ਕਿਸੇ ਹੋਰ ਮਹਿਕਮੇ 'ਚ ਆ, ਜਿਹੜੇ ਵੀ ਮੁਲਾਜ਼ਮ ਆ ਉਹਨਾਂ ਦਾ ਸਮੇਂ-ਸਮੇਂ ਤੇ ਮੈਡੀਕਲ ਹੋਣਾ ਚਾਹੀਦਾ। ਪਤਾ ਲੱਗਣਾ ਚਾਹੀਦਾ ਵੀ ਭਾਈ ਇਹ ਕੋਈ ਨਸ਼ੇ ਪੱਤੇ ਦੇ ਆਦੀ ਹੈ ਕਿ ਨਹੀਂ। ਪਤਾ ਲੱਗ ਉਹਨਾਂ ਦੀ ਭਰਤੀ ਦੇ ਵੇਲੇ, ਜਦੋਂ ਕਿਸੇ ਵੀ ਵਿਭਾਗ 'ਚ ਭਰਤੀ ਹੁੰਦੀ ਹੈ, ਪਹਿਲਾਂ ਉਹਨਾਂ ਦਾ ਟੈਸਟ ਹੋਣਾ ਚਾਹੀਦਾ ਵੀ ਨਸ਼ੇ ਪੱਤੇ ਦੇ ਆਦੀ ਤਾਂ ਨਹੀਂ। ਉਸੇ ਵੇਲੇ ਕੋਈ ਨਾ ਕੋਈ ਕਿਤੇ ਨਾ ਕਿਤੇ ਸਾਈਨ ਕਰਵਾਉਣੇ ਚਾਹੀਦੇ ਨੇ ਪੇਪਰ ਦੇ ਉੱਪਰ ਵੀ ਮੈਂ ਆਪਣੀ ਡਿਊਟੀ ਦੇ ਦੌਰਾਨ ਕਦੇ ਵੀ ਨਸ਼ੇ ਦੀ ਵਰਤੋਂ ਨਹੀਂ ਕਰੂੰਗਾ ਜਾਂ ਨਹੀਂ ਕਰੂੰਗੀ, ਮੈਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਗਾ। ਹੁੰਦਾ ਬਹੁਤ ਕੁਝ ਹੈ, ਸੌਹਾਂ ਖਾਧੀਆਂ ਜਾਂਦੀਆਂ ਨੇ, ਪਰ ਕਿੰਨਾ ਕੁ ਨਾ ਗੱਲਾਂ ਦੇ ਉੱਪਰ ਖਰੇ ਉਤਰਿਆ ਜਾਂਦਾ ਇਹ ਵੀ ਆਪਾਂ ਸਾਰੇ ਜਾਣਦੇ। ਇਹਦਾ ਦੂਜਾ ਪੱਖ ਇਹ ਆ, ਜਿਹੜੇ ਦੇਸ਼ਾਂ ਦੇ ਵਿੱਚ दारू ਵੰਡ ਕੇ ਸਰਕਾਰਾਂ ਬਣਨ ਤੇ ਸਰਕਾਰਾਂ ਇਹ ਗੱਲ ਕਹਿਣ ਕਿ ਅਸੀਂ ਨਸ਼ਾ ਮੁਕਾਵਾਂਗੇ, ਹੋਣਾ ਉੱਥੇ ਕੁਛ ਨਹੀਂ ਗਏ ਜੀ। ਬੇਨਤੀ ਆ ਵੀ ਭਾਈ ਕੱਲਾ ਕੱਲਾ ਬੰਦਾ ਇਖਲਾਕੀ ਤੌਰ ਤੇ ਸਹੀ ਹੋਵੇ ਜੀ। ਇਹਦੇ ਲਈ ਸਾਨੂੰ ਵੀ ਜ਼ਿੰਮੇਵਾਰ ਹੋਣਾ ਪਊਗਾ, ਤਾਂ ਹੀ ਉਹਨਾਂ ਨੂੰ ਸਵਾਲ ਕਰ ਸਕਦੇ। ਬਿਲਕੁਲ ਸਹੀ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਟਾਣਾ ਸਾਹਿਬ ਬੜਾ ਰੌਲਾ ਪਿਆ। ਕਿਹੜੀ ਗੱਲ ਦਾ? ਬਹੁਤ ਵੱਡਾ ਪੰਗਾ ਪੈ ਗਿਆ। ਜਲੰਧਰ ਵਾਲੀ ਚੋਣ ਆ, ਪੰਗੇ ਤੇ ਪੰਗਾ, ਠਾ ਪੰਗਾ। ਉਹ ਨਹੀਂ ਇੰਨਾ ਪੰਗਾ, ਜਿਹੜੀ ਪਾਰਟੀ 'ਚ ਸੀ ਉਹਨੂੰ ਛੱਡ ਕੇ ਦੂਜੀ ਪਾਰਟੀ 'ਚ ਗਿਆ। ਉਹ ਕਹਿੰਦਾ ਮੇਰੀ ਪਾਰਟੀ ਨੇ ਲੋਕਾਂ ਦਾ ਕਦੇ ਵੀ ਹਾਲ ਨਹੀਂ ਪੁੱਛਿਆ, ਇੱਥੇ ਲੋਕਤੰਤਰ ਹੈ ਹੀ ਨਹੀਂ, ਇੱਥੇ ਸਾਰੇ ਚਮਦੀਆਂ ਚਲਾਉਂਦੇ ਆ। ਵੋਟਾਂ ਦੇ
ਗੱਲਾਂ ਮੇਰੀ ਚੇਤੇ ਪਾਰਟੀ ਦੀ ਹਾਲਤ ਇੰਨੀ ਪਤਲੀ ਹੋ ਗਈ ਆ, ਅੱਛਾ ਜੀ। ਲੋਕਾਂ ਦੇ ਵੱਲੋਂ ਨਕਾਰ ਦਿੱਤੀ ਗਈ ਆ ਮੈਂ ਇਸ ਕਰਕੇ ਨਵੀਂ ਪਾਰਟੀ 'ਚ ਆਇਆ ਕਿਉਂਕਿ ਇਸ ਪਾਰਟੀ ਦੇ ਵਿੱਚ ਕੁਝ ਹੈ। ਮੈਂ ਹਲਕੇ ਦਾ ਕੁਝ ਨਾ ਕੁਝ ਸੋਚਣਾ ਚਾਹੁੰਦਾ ਹਾਂ। ਮੇਰੇ ਦਿਲ ਦੇ ਵਿੱਚ ਇੱਕ ਕਸਕ ਹੈ, ਪੀੜ ਉੱਠਦੀ ਹੈ ਮੇਰੇ। ਮੈਂ ਆਪਣੇ ਹਮਾਇਤੀਆਂ ਦੇ ਨਾਲ ਸਲਾਹ ਕਰਕੇ ਇਸ ਸਿੱਟੇ ਤੇ ਪਹੁੰਚਿਆ। ਜਿਹੜੀ ਪਾਰਟੀ ਦੇ ਵਿੱਚ ਗਿਆ ਹੁੰਦਾ ਉਹ ਕਹਿੰਦੇ ਜੀ ਇਹਦੇ ਆਉਣ ਦੇ ਨਾਲ ਪਾਰਟੀ ਨੂੰ ਮਜ਼ਬੂਤੀ ਬਹੁਤ ਮਿਲੀ ਹੈ, ਤੇ ਜਿੱਧਰੋਂ ਗਿਆ ਹੁੰਦਾ ਉਹਦੇ ਨੇਤਾ ਕਹਿੰਦੇ ਚੰਗਾ ਹੋਇਆ ਨਿਕਲ ਗਿਆ, ਇਹ ਚੱਲਿਆ ਕਾਰਤੂਸ ਸੀ, ਇਹਦੇ ਪਿੰਡ ਪੱਲੇ ਕੁਝ ਨਹੀਂ ਸੀ। ਮੈਂ ਤਾਂ ਇੱਕੋ ਹੀ ਗੱਲ ਸੋਚੀ ਜਾਂਦਾ, ਖਬਰਾਂ ਪੜ੍ਹ ਕੇ, ਖਬਰਾਂ ਦੇਖ ਕੇ ਵੀ ਯਾਰ ਇਹਨੂੰ ਮੈਂ ਕਾਰਤੂਸ ਚੱਲਿਆ ਮੰਨਾ ਜਾਂ ਚੱਲਣ ਵਾਲਾ ਮੰਨਾ। ਇਹ ਤਾਂ ਫਿਰ ਲੋਕ ਦੱਸ ਹੀ ਦਿੰਦੇ ਨੇ ਵੀ ਕਿਹੜਾ ਚੱਲਿਆ ਕਾਰਤੂਸ ਆ ਤੇ ਕਿਹੜਾ ਨਹੀਂ। ਖੈਰ ਟਾਣਾ ਸਾਹਿਬ, ਪਰ ਮੈਂ ਜਲੰਧਰ ਵਾਲੀ ਜ਼ਿਮਨੀ ਚੋਣ ਦੇ ਪੰਗੇ ਦੀ ਗੱਲ ਨਹੀਂ ਕਰ ਰਹੀ, ਇਹ ਤਾਂ 에ਅਰਪੋਰਟ ਤੇ ਪੰਗਾ ਪੈ ਗਿਆ। 에ਅਰਪੋਰਟ ਤੇ ਨਿੱਤ ਪੰਗੇ ਪੈਂਦੇ ਆ। ਅੱਛਾ ਜੀ। ਕੋਈ ਕਿਸੇ ਨਾਲ ਛੇੜਖਾਨੀ ਕਰ ਜਾਂਦਾ, ਕੋਈ ਕਹਿੰਦਾ ਮੈਂ ਜਹਾਜ਼ ਚੋਂ ਛਾਲ ਮਾਰਨੀ ਆ, ਕੋਈ ਕਹਿੰਦਾ ਮੈਂ ਤਾਕੀ ਖੋਲ ਕੇ ਬਾਹਰ ਨੂੰ ਸਰ ਕੱਢਣਾ ਹੈ। ਕਮਾਲਾਂ ਹੀ ਕਰੀ ਜਾਂਦੇ ਲੋਕ ਜੀ। ਪਰ ਇਹ 에ਅਰਪੋਰਟ ਤੇ ਪੰਗਾ ਇਦਾਂ ਦਾ ਕੁਝ ਵੀ ਨਹੀਂ ਪਿਆ, ਬਿਲਕੁਲ ਵੱਖਰਾ ਪੰਗਾ। ਬਿੱਲੀ ਗਵਾਚ ਗਈ 에ਅਰਪੋਰਟ ਤੇ। ਹਾਂ, ਮੈਂ ਤੁਹਾਨੂੰ ਇੱਕ ਸੱਚੀ ਗੱਲ ਦੱਸਦਾ, ਦਿੱਲੀ ਦੇ 에ਅਰਪੋਰਟ ਦੇ ਉੱਤੇ ਅਸੀਂ ਉਤਰੇ, ਹਰਮਨਜੀਤ ਤੇ ਮੈਂ ਦੋਵੇਂ ਸੀ। ਜਦੋਂ ਅਸੀਂ ਇੰਗਲੈਂਡ ਤੋਂ ਆਏ ਜਦੋਂ ਆਏ ਆ ਤੇ ਜਦੋਂ ਦਿੱਲੀ ਦੇ 에ਅਰਪੋਰਟ ਤੇ ਉਤਰੇ ਤਾਂ ਇਹ ਨਿਕਲੇ ਜਦੋਂ ਐ ਕਰਕੇ ਨਾ, ਤਾਂ ਮੈਂ ਉੱਥੇ ਜਦੋਂ ਗਿਆ ਤੇ 3 ਕੁੱਤੇ ਬੈਠੇ ਆ। ਇੱਥੇ ਤਾਂ ਬਹੁਤ ਸਾਰੇ ਲੋਕ ਆ ਜਿਹੜੇ ਚੜਾਉਣ ਆਏ ਵੱਖ-ਵੱਖ ਲੋਕਾਂ ਨੂੰ, ਹਾਂਜੀ, ਵਿੱਚੇ ਪੁਲਿਸ ਮੁਲਾਜ਼ਮ ਵੀ ਫਿਰਦੇ ਆ। ਤੇ 3 ਕੁੱਤੇ ਬੈਠੇ, ਇੱਕ ਇੱਥੇ ਬੈਠਾ ਇੰਜ ਕਰੀ ਜਾਵੇ, ਇੱਕ ਉੱਥੇ ਬੈਠਾ ਕਰੀ ਵੇ ਇੰਜ ਕਰਕੇ। ਮੈਂ ਕਿਹਾ ਵੀ ਇਹ ਨਾ ਜਿਹੜੇ ਸੂਈਆ ਕੁੱਤੇ ਆ, ਮੈਨੂੰ ਟਾਣਾ ਸਾਹਿਬ ਕਹਿੰਦੇ ਹਰਮਨਜੀਤ ਚੌਕਸੀ ਦੇਖੋ ਕਿੰਨੀ ਆ, ਵੀ ਇਹ ਕੁੱਤੇ ਸਿਖਾਏ ਹੋਏ ਆ, ਇਹ ਵੀ ਕੋਈ ਬੰਦਾ ਗਲਤ ਅਨਸਰ ਨਾ ਇੱਥੇ ਆ ਜੇ, ਇਹ ਤਾਂ ਕਰਕੇ ਆ। ਇਹ ਮੈਨੂੰ ਕਹਿੰਦੇ ਐ ਨਹੀਂ, ਤੇ ਮੈਂ ਕਿਹਾ ਦੂਜੇ ਕੁੱਤੇ ਇੱਥੇ ਵੜਨ ਕਿਹਨੇ ਦੇਣੇ ਆ? ਇਹ ਸਿਖਾਏ ਆ, ਇਹ ਨਿਗਾਹ ਰੱਖਦੇ ਆ ਵੀ ਸੁੰਘ ਕੇ ਜੇ ਸਮਾਨ ਦੀ ਕੋਈ ਤਲਾਸ਼ੀ ਲੈਣਗੇ। ਮੈਂ ਕਿਹਾ ਟਾਣਾ ਸਾਹਿਬ 10 ਮਿੰਟ ਰੁਕੋ, ਹੁਣੇ ਪਤਾ ਲੱਗ ਜੂ ਕਿਹੜੇ। 10-15 ਮਿੰਟ ਬਾਅਦ ਅਸੀਂ ਦੇਖਿਆ ਤੇ ਕੁੱਤੇ ਐਂ ਜੇ ਕਰਦੇ ਪਤਾ ਨਹੀਂ ਕਿੱਧਰ ਗਏ, ਤੇ ਬਾਕੀ ਸਾਰੇ ਉੱਥੇ ਖੜੇ। ਮਤਲਬ ਉੱਥੇ ਵੀ ਬਾਹਰ ਇਹ ਕੁੱਤੇ ਬੈਠੇ ਆ। ਹਾਂ, ਮੱਲੇ ਉਹ ਸੂਈਏ ਕੁੱਤੇ ਨਹੀਂ ਸੀ, ਵੀ ਉੱਥੇ ਵੀ ਆ ਗਏ ਯਾਰ, ਉਹ ਅਵਾਰਾ ਕੁੱਤੇ ਸੀ। ਇਹਨਾਂ ਕੁੱਤਿਆਂ ਨਹੀਂ ਉਹ ਬਿੱਲੀ ਖਾ ਲਈ। ਪਤਾ ਨਹੀਂ ਕਾਲੀ ਕਿ ਨਹੀਂ ਕਾਲੀ, ਪਰ ਇਹ ਬਿੱਲੀ ਸੱਚੀ ਗਵਾਚ ਗਈ ਟਾਣਾ ਸਾਹਿਬ। ਬਿੱਲੀ ਗਵਾਚ ਗਈ ਆ। ਇਹ ਬੀਬੀ ਚੀਨ ਤੋਂ ਆਈ ਸੀ, ਇਹਨੇ ਓਮਾਨ ਦੇ ਵੱਲ ਜਾਣਾ ਸੀ। ਹਾਂਜੀ। ਇਹਨੇ ਹੁਣ ਦਿੱਲੀ ਦੇ ਜਦੋਂ ਪਹੁੰਚੀ, ਇਹ ਉੱਥੇ ਜਦੋਂ ਬੋਰਡਿੰਗ ਕਰਾਉਣ ਲੱਗੀ, ਕਹਿੰਦੀ ਦੇਖੋ ਜੀ ਮੇਰੇ ਕੋਲੇ ਬਿੱਲੀਆਂ 2, ਹਾਂਜੀ, ਇਹ ਮੇਰੀਆਂ ਜਾਨੋਂ ਪਿਆਰੀਆਂ ਬਿੱਲੀਆਂ, ਇਹਨਾਂ ਬਿਨਾ ਮੇਰਾ ਜਹਾਨ ਲੁੱਟਿਆ ਜਾਣਾ, ਇਹ ਮੈਂ ਨਾਲ ਲੈ ਕੇ ਜਾਣੀਆਂ। ਉਹ ਕਹਿੰਦੇ ਵੀ ਦੇਖੋ ਤੁਹਾਡੇ ਕੋਲੇ 2-3 ਬਦਲ ਹੈਗੇ ਆ, ਜਾਂ ਤਾਂ ਇਹ ਆ ਵੀ ਕੱਲ ਵਾਲੀ ਟਿਕਟ ਲੈ ਲਓ, ਜਾਂ ਤੁਸੀਂ ਬਿਜ਼ਨਸ ਕਲਾਸ ਟਿਕਟ ਲੈ ਲਓ, ਤੇ ਜਾਂ ਫਿਰ ਕਾਰਗੋ ਦੇ ਰਾਹੀਂ ਭੇਜਾਂਗੇ। ਉਹ ਕਹਿੰਦੀ ਕਾਰਗੋ ਵਾਲੀ ਗੱਲ ਡਨ। ਹਾਂ, ਵੀ ਬਿੱਲੀਆਂ ਨੂੰ ਚੜਾਓ ਕਾਰਗੋ 'ਚ, ਬਿੱਲੀਆਂ ਨੂੰ ਚੜਾਓ ਕਾਰਗੋ 'ਚ। ਹਾਂਜੀ। ਉਹਨਾਂ ਨੇ ਸਲਿੱਪ ਜੇ ਕੱਟ ਕੇ ਜਿਹੜੀ ਕਾਗਜ਼ੀ ਕਾਰਵਾਈ ਹੁੰਦੀ ਪੂਰੀ ਕਰਤੀ। ਕਹਿੰਦੀ ਓਕੇ ਆਮ ਗੋਇੰਗ। ਓਕੇ, ਇਦਾਂ ਵੀ ਕਿਹਾ ਉਹਨੇ ਕਿਹਾ। ਅੱਛਾ, ਲਓ ਜੀ, ਉਹ ਚਲੀ ਗਈ। ਹਾਂਜੀ। ਹਾਲੇ ਜਾ ਕੇ ਉਹ ਗੇਟ ਤੇ ਖੜੀ ਆ ਜਿੱਥੇ ਉਹਨੇ ਜਹਾਜ਼ ਉੱਡਣਾ, ਉਹਦਾ ਜਾ ਕੇ ਉੱਥੇ ਖੜ ਜਾਂਦੇ ਆ। ਜ਼ੋਨ 1 ਵਾਲੇ ਆ ਜਾਏ, ਜ਼ੋਨ 3 ਵਾਲੇ ਆ ਜਾਏ, ਜ਼ੋਨ 4 ਵਾਲੇ ਆ ਜਾਏ। ਉਦੋਂ ਹੀ ਮੇਰੇ ਵਰਗੇ ਸਾਰੇ ਖੜੇ ਹੋ ਜਾਂਦੇ ਆ ਵੀ ਜ਼ੋਨ ਵਾਲੇ ਹੀ ਆ ਪਤਾ। ਲਓ ਜੀ, ਉੱਥੇ ਜਦੋਂ ਮਗਰ ਇੱਕ ਬੰਦਾ ਭੱਜਿਆ ਆ, ਕਹਿੰਦਾ ਮੈਡਮ ਸੌਰੀ ਟੂ ਸੇ ਤੁਹਾਡੀ ਇੱਕ ਬਿੱਲੀ ਭੱਜ ਗਈ। ਉਹ ਕਹਿੰਦੀ ਵਾਟ? ਅੱਛਾ ਜੀ। ਉਹ ਕਹਿੰਦੀ ਕੀ ਗੱਲ ਹੋ ਗਈ? ਕਹਿੰਦੇ ਪਿੰਜਰੇ ਤੋਂ ਨਿਕਲ ਕੇ ਭੱਜ ਗਈ। ਕਹਿੰਦੇ 에ਅਰਪੋਰਟ ਤੇ ਭੱਜੀ ਆ, ਪਤਾ ਨਹੀਂ ਬਾਹਰ ਗਈ ਕਿੱਧਰ ਗਈ, ਕਿ ਸਾਨੂੰ ਬਿੱਲੀ ਨਹੀਂ ਲੱਭੀ। ਤੁਸੀਂ ਆਵਾਜ਼ਾਂ ਮਾਰੋ, ਸਾਡੇ ਨਹੀਂ ਵਸਦੀ ਗੱਲ। ਤੇ ਜਹਾਜ਼ ਦਾ ਟਾਈਮ ਹੋਇਆ ਪਿਆ ਸੀ, ਉਹ ਵਿਚਾਰੀ ਇੱਕੋ ਬਿੱਲੀ ਸਮੇਤ ਗਈ ਹੈ। ਹਾਂ, ਉਹਨੂੰ ਬਿੱਲੀ ਨਹੀਂ ਲੱਭੀ। ਬਈ ਕਮਾਲ ਹੀ ਹੋ ਗਈ, ਇੱਥੇ ਬਿੱਲੀ ਗਵਾਚ ਗਈ ਦਿੱਲੀ ਵਾਲੇ 에ਅਰਪੋਰਟ ਤੇ। ਦੱਸ। ਤੇ ਜੇ ਉਹ ਬਾਹਰ ਨਿਕਲ ਗਈ ਹੋਈ, ਇਹ 3 ਕੁੱਤੇ ਬੈਠੇ ਬਾਹਰ। ਟਾਣਾ ਸਾਹਿਬ ਨੇ ਇਹ ਨਹੀਂ ਜਾਣ ਦਿੰਦੇ ਕਿਤੇ। 3 ਮੈਨੂੰ ਜਿੰਨੇ ਦੱਸੇ ਮੈਂ ਤਾਂ ਉਹਨੇ ਕਹੂੰ, ਨਾ ਗੱਲ ਵਧਾਵਾਂ ਨਾ ਘਟਾਵਾਂ। ਹਾਂ, ਤੁਹਾਡੇ ਕਹਿਣ ਦਾ ਮਤਲਬ ਇਹ ਹੈ ਤੁਸੀਂ ਇਸ ਸਿੱਟੇ ਤੇ ਪਹੁੰਚ ਗਏ ਹੋ ਵੀ ਬਿੱਲੀ ਖਾ ਲਈ ਗਈ ਹੈ ਨਾ ਕੁੱਤਿਆਂ ਦੁਆਰਾ। ਤੇ ਖਾ ਲਈ ਗਈ ਹੋਣੀ ਆ, ਹੋਰ ਉਹਨਾਂ ਨੇ ਇਹ ਥੋੜੀ ਕਹਿਣਾ ਸੀ ਵੀ ਤੂੰ ਤਾਂ ਭਾਈ ਹੋਰ ਦੇਸ਼ ਦੀ ਆ। ਨਹੀਂ, ਪਰ ਮਾੜੀ ਗੱਲ ਹੈ, ਇਦਾਂ ਥੋੜੀ ਹੋਣਾ ਚਾਹੀਦਾ ਹੈ। ਤਾਂ ਮਾੜੀ ਗੱਲ, ਪਰ ਜਿਨ੍ਹਾਂ ਨੇ ਕੀਤੀ ਆ ਉਹ ਸੋਚਣ ਨਾ ਵੀ ਮਾੜੀ ਆ। ਉਹ ਨਾਲੇ ਇੱਥੇ ਤਾਂ ਟੈਚੀ ਗਵਾਚ ਜਾਂਦੇ ਆ, ਬਿੱਲੀਆਂ ਕਿਹੜੀ ਮਤਲਬ ਕੀ ਕਹਿ ਸਕਦੇ ਆ, ਬਿੱਲੀਆਂ ਕੀ ਚੀਜ਼ ਹੈ, ਇੱਥੇ ਟੈਚੀ ਨਹੀਂ ਲੱਭਦੇ। ਹਾਂ, ਬਿਲਕੁਲ ਸੱਚ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਮੈਂ ਨਾ ਕੱਲ ਇੱਕ ਗਾਣਾ ਸੁਣਿਆ, ਉਹ WhatsApp ਤੇ ਨਾ ਉਹ ਇੰਸਟਾਗ੍ਰਾਮ ਉਹਦਾ ਘੁੰਮਦਾ ਘਮੋੜਾ ਜਿਹਾ ਮੇਰੇ ਮੂਹਰੇ ਆ ਗਿਆ, ਤੇ ਇੱਕ ਕਲਾਕਾਰ ਉਹ ਮਾਈਕ ਦੇ ਮੂਹਰੇ ਖੜ ਕੇ ਗਾ ਰਿਹਾ, ਕਹਿੰਦਾ ਚਿਰਾਂ ਪਿੱਛੋਂ ਅੱਜ ਮੈਨੂੰ ਹਸਪਤਾਲ ਵਿੱਚ ਟੱਕਰੀ। ਅੱਛਾ, ਚਿਰਾਂ ਪਿੱਛੋਂ ਉਹ ਅੱਜ ਮੈਨੂੰ ਹਸਪਤਾਲ ਵਿੱਚ ਟੱਕਰੀ, ਉਹਦੀ ਗੋਦੀ ਵਿੱਚ ਨਿਆਣਾ ਸੀ, ਮੇਰੇ ਪਿੱਤੇ ਦੇ ਵਿੱਚ ਪੱਥਰੀ। ਕਿਹੜਾ ਉਹ ਮੈਨੂੰ ਚਿਰਾਂ ਪਿੱਛੋਂ ਹਸਪਤਾਲ 'ਚ ਟੱਕਰੀ ਆ, ਉਹਦੀ ਗੋਦੀ 'ਚ ਨਿਆਣਾ ਸੀ, ਮੇਰੇ ਪਿੱਤੇ 'ਚ ਪੱਥਰੀ ਆ। ਟਾਣਾ ਸਾਹਿਬ, ਉਹਦੇ ਗੁਰਦੇ 'ਚ ਪੱਥਰੀ ਸੀ, ਤੁਸੀਂ ਪਿੱਤੇ ਦੀ ਬਣਾਤੀ ਹੈ। ਚਲੋ ਪਿੱਤੇ ਵੀ ਸੀਗੀ, ਪਿੱਤੇ 'ਚ ਪੱਥਰੀ ਹੋ ਗਈ, ਪਿੱਤਾ ਕੱਢਣਾ ਪਊਗਾ ਹੁਣ। ਸਹੀ ਕਿਹਾ। ਆਹ ਕੁਛ ਵੀ ਆ। ਲਓ ਵੀ ਹਾਜ਼ਰ ਹੈ ਜੱਜ ਦਾ ਵਿਚਾਰ।
ਟਾਣਾ ਸਾਹਿਬ ਜਦੋਂ ਤੁਸੀਂ ਸੜਕ ਦੇ ਉੱਪਰ ਜਾਂਦੇ ਹੋ ਬਹੁਤ ਕੁਝ ਵੇਖਣ ਨੂੰ ਮਿਲਦਾ ਹੈ, ਬਹੁਤ ਕੁਝ ਵਾਚਣ ਨੂੰ ਮਿਲਦਾ ਹੈ ਤੇ ਹਰ ਰੋਜ਼ ਆਪਾਂ ਉਹਦੇ ਬਾਬਤ ਇੱਥੇ ਆ ਕੇ ਗੱਲ ਵੀ ਕਰਦੇ ਹਾਂ, ਪਰ ਲੋਕ ਸ਼ਾਇਦ ਨਹੀਂ ਸੁਧਰਨਗੇ। ਲੋਕਾਂ ਨੇ ਜਿਹੜੀ ਇੱਕ ਰਫ਼ਤਾਰ ਫੜੀ ਹੋਈ ਹੈ ਨਾ, ਜੋ ਜਿਵੇਂ ਜਿਵੇਂ ਕਰਨ ਬਾਰੇ ਸੋਚਿਆ ਹੋਇਆ ਉਵੇਂ ਹੀ ਕਰਦੇ ਨੇ, ਤੇ ਮੈਨੂੰ ਹੈਰਾਨੀ ਹੁੰਦੀ ਹੈ ਕਿ ਅਸੀਂ ਫਿਰ ਕਿਹੜੇ ਮੂੰਹ ਨਾਲ ਇਹ ਗੱਲ ਕਹਿ ਦਿੰਦੇ ਆ ਕਿ ਬਾਹਰ ਤਾਂ ਇਦਾਂ ਨਹੀਂ ਹੁੰਦਾ, ਇੱਥੇ ਹੀ ਹੈ। ਜਿਹੜੇ ਦੇਸ਼ ਦੇ ਵਿੱਚ ਹਰ ਗੱਡੀ ਦੇ ਪਿੱਛੇ ਲਿਖਿਆ ਹੋਵੇ ਹਾਰਨ ਵਜਾਓ, ਹਾਂ, ਬਲੋ ਹਾਰਨ, ਉੱਥੇ ਲੋਕ ਆਗਿਆਕਾਰੀ ਹੀ ਹੁੰਦੇ ਹਨ। ਜੀ ਜੀ ਜੀ, ਉਹ ਕਹੇ ਮੁਤਾਬਕ ਹਾਰਨ ਵਜਾਉਂਦੇ ਹਨ ਜੀ। ਹੁਣ ਦੋ ਘਟਨਾਵਾਂ ਵਾਪਰੀਆਂ ਮੇਰੇ ਨਾਲ ਇੱਕ ਹੀ ਦਿਨ ਦੇ ਵਿੱਚ। ਮੈਂ ਕਿਹਾ ਚਲੋ ਆਪਾਂ ਸਾਰੇ ਪਰਿਵਾਰਕ ਜੀਆਂ ਨਾਲ ਸਾਂਝੀ ਕਰ ਲੈਂਦੇ ਆ। ਇੱਕ ਤਾਂ ਸੀ ਫਾਟਕ ਨਾਲ ਜੁੜੀ ਹੋਈ, ਫਾਟਕ ਲੱਗਿਆ ਹੋਇਆ, ਉਸ ਤੋਂ ਬਾਅਦ ਫਾਟਕ ਖੁੱਲਿਆ। ਤੁਹਾਨੂੰ ਪਤਾ ਵੀ ਆਪਾਂ ਇਹ ਥੋੜੀ ਸੋਚਣਾ ਹੁੰਦਾ ਵੀ ਕਿਸੇ ਦੀ ਵਾਰੀ ਹੈ, ਕੋਈ ਪਹਿਲਾਂ ਜਾਊਗਾ, ਹਰ ਕੋਈ ਕਾਲਾ ਹੈ ਨਾ। ਤੇ ਇੰਨੇ ਨੂੰ ਮੈਂ ਜਿੱਥੋਂ ਮੋੜਨਾ ਸੀ ਉੱਥੇ ਇੱਕ ਗੱਡੀ ਖੜੀ ਸੀ ਜਿਹੜੀ ਕਿ ਇੱਕ ਪੁਲਿਸ ਮੁਲਾਜ਼ਮ ਦੀ ਸੀ। ਉਹ ਪੁਲਿਸ ਮੁਲਾਜ਼ਮ ਭਾਈ ਸਾਹਿਬ ਨੇ ਗੱਡੀ ਦੇ ਸ਼ੀਸ਼ੇ ਵੀ ਤਾਂ ਚੜਾਏ ਹੋਏ ਸੀ, ਹਨਾ। ਤੇ ਜਦੋਂ ਉਹਨਾਂ ਨੇ ਇਹ ਵੇਖਿਆ ਕਿ ਮੈਂ ਮੁੜਨ ਲੱਗੀ ਆ, ਉਹਨਾਂ ਨੇ ਆਪਣੀ ਗੱਡੀ ਮੂਹਰੇ ਕਰਤੀ ਕਿ ਪਹਿਲਾਂ ਤਾਂ ਮੈਂ ਜਾਊਂਗਾ, ਤੂੰ ਨਹੀਂ ਜਾ ਸਕਦੀ, ਹਨਾ। ਤੇ ਜਦੋਂ ਮੈਂ ਐਕਟਿਵਾ ਕੱਢਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਮੁੜਨ ਤੋਂ ਪਹਿਲਾਂ, ਤੇ ਉਹ ਭਾਈ ਸਾਹਿਬ ਨੇ ਗਾਲਾਂ ਕੱਢੀਆਂ ਜਿਹੜੀਆਂ ਮੈਨੂੰ ਨਹੀਂ ਸੁਣੀਆਂ, ਸ਼ਾਇਦ ਉਹ ਆਪਣੇ ਆਪ ਨੂੰ ਹੀ ਸੁਣਾ ਰਹੇ ਸੀ ਕਿਉਂਕਿ ਸ਼ੀਸ਼ੇ ਤਾਂ ਚੜੇ ਹੋਏ ਸੀ, ਹਨਾ। ਤੁਹਾਨੂੰ ਕੀ ਪਤਾ ਲੱਗਾ ਗਾਲਾਂ ਕੱਢ ਗਿਆ? ਉਹ ਸ਼ਕਲ ਤੋਂ ਪਤਾ ਲੱਗ ਰਿਹਾ ਸੀ ਨਾ, ਹਾਵ ਭਾਵ ਤੋਂ ਪਤਾ ਲੱਗ ਰਿਹਾ ਸੀ। ਲਿਪਸਿੰਗ ਬੁੱਲਾਂ ਦੀ? ਹਾਂ, ਵੀ ਉਹਨਾਂ ਨੂੰ ਇਹ ਲੱਗ, ਬੁੱਲਾਂ ਦੀ ਲਿਪਸਿੰਗ ਵੀ ਨਹੀਂ ਮੈਨੂੰ ਪਤਾ ਲੱਗੀ, ਪਰ ਇਹ ਪਤਾ ਲੱਗ ਰਿਹਾ ਸੀ ਵੀ ਉਹਨਾਂ ਨੂੰ ਇਹ ਸੀ ਵੀ ਹਾਂ ਤੂੰ ਕਿਵੇਂ ਕੱਢ ਲੇਂਗੀ ਐਕਟਿਵਾ, ਪਹਿਲਾਂ ਤਾਂ ਮੈਂ ਹੀ ਜਾਊਂਗਾ ਕਿਉਂਕਿ ਮੈਂ ਪੁਲਿਸ ਮੁਲਾਜ਼ਮ ਆ ਤੇ ਮੇਰਾ ਨਿਕਲਣਾ ਇੱਥੋਂ ਲਾਜ਼ਮੀ ਹੈ, ਤੁਹਾਡਾ ਬਾਕੀਆਂ ਦਾ ਕੋਈ ਗੱਲ ਨਹੀਂ, ਹਨਾ। ਪੂਰੀ ਗਾਲੀ ਗਲੋਚ ਉਹਨਾਂ ਨੇ ਕੀਤੀ। ਤੇ ਫਿਰ ਉਸ ਤੋਂ ਬਾਅਦ ਮੈਂ ਕਿਹਾ ਜੀ ਤੁਸੀਂ ਨਿਕਲ ਜਾਓ, ਕੋਈ ਗੱਲ ਨਹੀਂ, ਉਹ ਚਲੇ ਗਏ। ਮੈਨੂੰ ਇਹ ਨਹੀਂ ਸਮਝ ਆਉਂਦੀ, ਜਿਹੜਾ ਬੰਦਾ ਸੜਕ ਦੇ ਉੱਪਰ ਇੰਨਾ ਸਬਰ ਨਹੀਂ ਦਿਖਾ ਸਕਦਾ, ਉਹ ਥਾਣੇ ਦੇ ਵਿੱਚ ਜਾ ਕੇ ਤੇ ਜਿਹੜੇ ਉੱਥੇ ਲੋਕ ਦਰਦੀ ਆਉਂਦੇ ਹੋਣਗੇ ਉਹਨਾਂ ਨਾਲ ਕਿੰਨੀ ਕੁ ਸਬਰ ਨਾਲ ਗੱਲ ਕਰਦਾ ਹੋਊਗਾ। ਦੇਖੋ ਬੜੀ ਸਾਫ਼ ਤੇ ਸਪਸ਼ਟ ਗੱਲ ਆ, ਸਾਡੇ ਭਾਵੇਂ ਕੋਈ ਵੀ ਬੰਦਾ, ਭਾਵੇਂ ਪੁਲਿਸ ਮੁਲਾਜ਼ਮ ਆ, ਭਾਵੇਂ ਅਸੀਂ ਆ, ਸਾਨੂੰ 90% ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਬਾਰੇ ਡੱਕਾ ਨਹੀਂ ਪਤਾ ਜੀ। ਔਰ ਹਾਂ, ਇੱਥੇ ਇਹ ਵੀ ਗੱਲ ਜ਼ਰੂਰ ਹੈ ਵੀ ਸਾਰੇ ਪੁਲਿਸ ਮੁਲਾਜ਼ਮ ਇੱਕੋ ਜਿਹੇ ਨਹੀਂ, ਪਰ ਕੁਝ ਕੁ ਤਾਂ ਕਰਕੇ ਸਾਰਾ ਮਹਿਕਮਾ ਬਦਨਾਮ। ਤੇ ਕਈ ਲੋਕ ਤਾਂ ਜੰਮੇ ਹੀ ਸਿਰਫ ਹਾਰਨ ਤੇ ਬਹਿਣ ਨੂੰ ਆ। ਉਹਨਾਂ ਦੀ ਮੰਮੀ ਨੇ ਪੰਜੀਰੀ ਖਾਧੀ ਹੀ ਇਸ ਕਰਕੇ ਵੀ ਮੇਰਾ ਕਾਕਾ ਵੱਡਾ ਹੋ ਕੇ ਹਾਰਨ ਵਜਾਊਗਾ। ਜੀ ਜੀ, ਟੋਏ ਨੂੰ ਹੀ ਹਾਰਨ ਮਾਰੀ ਜਾਣਗੇ ਵੀ ਇਹ ਤੇਰਾ ਫੁੱਫੜ ਕਿੱਧਰ ਚਲਾ ਜਾਵੇ ਹੁਣ, ਹਾਂ, ਇਹ ਇੱਥੇ ਹੀ ਰਹਿਣਾ। ਕੋਈ ਵੀ ਬੰਦਾ ਲਾਲ ਬੱਤੀ ਦੇ ਕੋਲੇ ਜੇਕਰ ਖੜਾ ਤਾਂ ਉਹ ਇਸ ਕਰਕੇ ਖੜਾ ਕਿਉਂਕਿ ਉਹਨੂੰ ਰੋਕਿਆ ਗਿਆ ਬੱਤੀ ਵੱਲੋਂ, ਤੇ ਉਹ ਜਾਊਗਾ ਜੋ ਉਸ ਵੇਲੇ ਜਦੋਂ ਮੂਹਰਲਾ ਜਾਊਗਾ। ਤੇ ਜੇਕਰ ਸਾਰੇ ਜਾਣੇ ਮਗਰਲੇ ਹਾਰਨ ਵਜਾਈ ਜਾਣਗੇ ਤਾਂ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਬੁੱਧੀਜੀਵੀ ਆ, ਸਿਰਫ ਤੁਸੀਂ ਜਾਗਦੇ ਸਿਰਾਂ ਵਾਲੇ ਆ। ਉਹ ਸੌਣ ਆਇਆ ਸੀ, ਉਹ ਨੀਨੀ ਕਰ ਰਿਹਾ, ਉਹ ਤੁਰੂਗਾ, ਤੁਸੀਂ ਵੀ ਮਗਰ ਤੁਰ ਪਿਓ। ਇਹਨਾਂ ਨੂੰ ਦਿਨ ਦੇ ਵਿੱਚ 5 ਹਾਰਨ ਮਾਫ ਹੋਣੇ ਚਾਹੀਦੇ ਆ ਭਾਰਤ ਦੇ ਵਿੱਚ ਬੰਦੇ ਨੂੰ। 6ਵੇਂ ਹਾਰਨ ਤੇ 5000 ਰੁਪਏ ਜੁਰਮਾਨਾ ਹੋਣਾ ਚਾਹੀਦਾ। ਸਹੀ ਗੱਲ ਹੈ, ਇਦਾਂ ਹੋਣਾ ਚਾਹੀਦਾ ਟਾਣਾ ਸਾਹਿਬ। ਔਰ ਜਦੋਂ ਬੱਸਾਂ ਵਾਲਿਆਂ ਦੀ ਗੱਲ ਆਉਂਦੀ, ਸਾਰੇ ਬੱਸ ਵਾਲੇ ਇੱਕੋ ਜਿਹੇ ਨਹੀਂ, ਪਰ ਕੁਝ ਕੁ ਡਰਾਈਵਰ ਉਹ ਕੁਝ ਕਰਦੇ ਨੇ। ਮੈਂ ਰੋਡਵੇਜ਼ ਦੀ ਬੱਸ ਤੇ ਬੈਠਾ ਤੇ ਮੈਨੂੰ ਮਿਲ ਗਈ ਜੀ ਭਾਈ ਡਰਾਈਵਰ ਸਾਹਿਬ ਦੇ ਪਿਛਲੇ ਵਾਲੀ ਸੀਟ। ਲਓ ਜੀ, ਕਿਤੇ ਉਹਨੇ ਵਾਜਾ ਰੱਖਿਆ ਸੀ ਵਿੱਚ, ਉਹਦੇ ਵਾਜਾ ਸੀ, ਕਿਤੇ 20 ਭਰਾ ਕੇ ਬਣਿਆ ਫਿਰਦਾ ਸੀ ਉਹ ਵੀ। ਹੁਣ ਐਡਾ ਤਕੜਾ ਪਾ ਟੂ ਗੰਗ ਪਾ ਪੂ ਪੀ ਪੀ। ਮੈਂ ਤਾਂ ਮੈਨੂੰ ਸਮਝ ਨਾ ਆਵੇ ਵੀ ਮੈਂ ਮਗਰ ਕੋਈ ਬਹਿਣ ਲਈ ਜਗ੍ਹਾ ਹੈ ਨਹੀਂ। ਤੇ ਮੈਂ ਉਹਨੂੰ ਕੰਡਕਟਰ ਵੈਸੇ ਮੈਨੂੰ ਕਹਿੰਦਾ ਤੁਹਾਡਾ ਪ੍ਰੋਗਰਾਮ ਦੇਖਦੇ ਆ, ਤੇ ਮੈਂ ਕਿਹਾ ਮੈਨੂੰ ਵੀ ਕਾਹੇ ਜੋਗਾ ਛੱਡ ਦਿਓ, ਮੈਂ ਵੀ ਜ਼ਿੰਦਗੀ 'ਚ ਕੁਝ ਦੇਖ ਲਾਂ ਜੇ ਤੁਸੀਂ ਘੱਟ ਵਜਾਓ ਜੀ। ਮੈਂ ਸੜਕ ਦੇ ਉੱਪਰ ਜਾ ਰਹੀ ਟਾਣਾ ਸਾਹਿਬ, ਇੱਕ ਨਿੱਜੀ ਕੰਪਨੀ ਦੀ ਬੱਸ ਜਿਹੜੀ ਉਹ ਆ ਰਹੀ ਹੈ, ਤੇ ਉਹ ਬੱਸ ਚਾਲਕ ਇੰਨਾ ਕੁ ਜ਼ਿਆਦਾ ਵਿਅਸਤ ਸੀ, ਬੜੀ ਮਸ਼ਹੂਰ ਕੰਪਨੀ ਆ ਉਹ ਬੱਸਾਂ ਦੀ, ਉਹ ਇੰਨਾ ਕੁ ਵਿਅਸਤ ਸੀ ਕਿ ਸ਼ਾਇਦ ਜਿਹੜੀਆਂ 52 ਸਵਾਰੀਆਂ ਬੈਠੀਆਂ ਨੇ ਉਹਨਾਂ ਦੀ ਜ਼ਿੰਦਗੀ ਨਾਲੋਂ ਫੋਨ ਸੁਣਨਾ ਜ਼ਿਆਦਾ ਜ਼ਰੂਰੀ ਸੀ ਉਹਦੇ ਲਈ। ਔਰ ਉਹ ਇੱਕ ਹੱਥ ਨਾਲ ਬੱਸ ਚਲਾ ਰਿਹਾ ਤੇ ਬਿਲਕੁਲ ਮੇਰੇ ਨੇੜੇ ਆ ਕੇ ਉਹਨੇ ਬ੍ਰੇਕ ਲਾਈ, ਤੇ ਮੈਂ ਵੇਖਿਆ ਵੀ ਉਹਦੇ ਕੰਨ ਨੂੰ ਫੋਨ ਲੱਗਿਆ ਹੋਇਆ। ਮੈਂ ਉਹਨੂੰ ਕੰਡਕਟਰ ਨੂੰ ਕਿਹਾ ਕਿ ਭਾਈ ਸਾਹਿਬ ਉਹਨੂੰ ਕੋਈ ਫੋਨ ਲਾ ਲਵੇ ਕੰਨ ਨਾਲੋਂ, ਪਹਿਲਾਂ ਬੱਸ ਚਲਾ ਲਵੇ, ਬਾਕੀ ਕੰਮ ਬਾਅਦ ਚ। ਉਹ ਮੋਹਰੋਂ ਦੀ ਸਵਾਰ ਕੇ ਮੈਨੂੰ ਪਤਾ ਕੀ ਕਹਿੰਦਾ, ਤੁਸੀਂ ਗਲੇ 'ਚ ਹੈੱਡਫੋਨ ਨਹੀਂ ਟੰਗਿਆਂ ਦੀ ਗੱਲ ਵੀ ਉਹ ਮੈਨੂੰ ਮੋਹਰਿਓਂ ਸੁਣਾ ਗਿਆ। ਅਗਲਾ ਕਹਿੰਦਾ ਜੀ ਉਹ ਤਾਂ ਐਂ ਹੀ ਚੱਲੂਗਾ। ਮਤਲਬ 52 ਲੋਕ ਜਿਹੜੇ ਵਿੱਚ ਬੈਠੇ ਨੇ ਤੇ ਬਾਕੀ ਜਿਹੜੇ ਸੜਕ ਦੇ ਉੱਪਰ ਚੱਲਦੇ ਪਏ ਨੇ, ਉਹਨਾਂ ਦੀ ਜ਼ਿੰਦਗੀ ਨਾਲ ਕੋਈ ਮਤਲਬ ਨਹੀਂ। ਮੇਰੇ ਮਗਰ 52 ਜਿਹੜੇ ਗਣ ਕੇ ਦਿਖਾ, ਐਡੇ ਡੇਲੇ ਤੇਰੇ ਮਾਰਿਆ ਨਹੀਂ ਦਿੱਤਾ ਤੈਨੂੰ ਨਾ। ਮੈਨੂੰ ਮੋਹਰਿਓਂ ਕਹਿੰਦਾ ਜਿੱਤੇ ਤੂੰ ਨਿਕਲਦੀ ਐਕਟਿਵਾ ਕੱਢ ਲੈ। ਐਂ ਠੀਕ ਆ ਫਿਰ। ਹਾਂ, ਵੀ ਅਗਲਾ ਤਾਂ ਆਪਣੀ ਧੁੰਦ ਦੇ ਵਿੱਚ ਹੀ ਜਾਊਗਾ, ਭਾਵੇਂ ਥੱਲੇ ਆਓ ਤੇ ਭਾਵੇਂ ਨਾ ਆਓ। ਬਿਲਕੁਲ ਸਹੀ, ਭਾਵੇਂ ਟਾਇਰ ਮਿੱਧ ਜਾਵੇ, ਤੁਹਾਨੂੰ ਕੋਈ ਚੱਕਰ ਨਹੀਂ। ਰੱਬ ਦਾ ਵਾਸਤਾ ਕੋਈ ਨਾ ਕੋਈ ਜ਼ਿੰਮੇਵਾਰੀ ਵੀ ਨਿਭਾਏਗੀ। ਸਾਰੀ ਉਮਰ ਲਾਂਭੇ ਦਿੰਦੇ ਮਰ ਜਾਣਾ ਆਪਾਂ। ਸਹੀ ਨਹੀਂ ਹੋਇਆ, ਸਹੀ ਨਹੀਂ, ਆਪਾਂ ਵੀ ਨਹੀਂ ਸਹੀ ਹੈਗੇ। ਪਤਾ ਨਹੀਂ ਕੀ ਚਾਹੁੰਦੇ ਆ ਅਸੀਂ, ਸੱਚੀ ਗੱਲ ਆ। ਜਿਹੜੇ ਲੋਕ ਸੜਕ ਤੇ ਚੱਲ ਰਹੇ ਨੇ, ਜਿਹੜੇ ਲੋਕ ਤੁਰ ਰਹੇ ਨੇ, ਔਰ ਖਾਸ ਤੌਰ ਤੇ ਗਰਮੀਆਂ ਦੇ ਵਿੱਚ ਨਾ ਬਹੁਤ ਸਾਰੇ ਲੋਕ ਹੁੰਦੇ ਆ, ਗੱਡੀ 'ਚ ਏਸੀ ਚੱਲ ਰਿਹਾ ਹੁੰਦਾ, ਪਰ ਤਾਂ ਵੀ ਸਾਈਕਲ ਵਾਲੇ ਨੂੰ ਹਾਰਨ ਮਾਰੀ ਜਾਣਗੇ ਵੀ ਛੇਤੀ ਚੱਲ, ਵੀ ਉਹ ਧੁੱਪ ਦੇ ਵਿੱਚ ਜਾ ਰਿਹਾ। ਥੋੜਾ ਜਿਹਾ ਆਪਾਂ ਨੂੰ ਸਮਝੀਏ, ਆਪਾਂ ਨੂੰ ਫੇਰ ਠੰਡੀ ਹਵਾ ਆ ਰਹੀ ਆ, ਆਪਾਂ ਠੰਡਕ 'ਚ ਬੈਠੇ ਆ, ਉਹ ਵਿਚਾਰਾ ਸਾਈਕਲ ਤੇ ਹੈ, ਧੁੱਪ ਦੇ ਵਿੱਚ ਹੈ, ਤੇ ਉਹਨੂੰ ਥੋੜਾ ਜਿਹਾ ਸਬਰ ਇੱਕ ਮੈਂ ਗੱਲ ਹੋਰ ਕਹਿਣੀ ਚਾਹੁੰਦਾ ਵੀ ਇੱਕ ਤਾਂ ਭਾਈ ਕੁੰਡੇ ਦੇ ਵਿੱਚ ਪਾਣੀ ਪਾਉਣਾ ਸ਼ੁਰੂ ਕਰ ਲਓ, ਤੇ ਦਾਣਾ ਪਾਣੀ ਆ ਜਿਹੜਾ ਉਹ ਮਾੜਾ ਮੋਟਾ ਪੰਛੀਆਂ ਨੂੰ ਪਾਇਆ ਕਰੋ। ਤੇ ਜਦੋਂ ਵੀ ਤੁਸੀਂ ਗੱਡੀ ਤੋਰਨੀ ਹੁੰਦੀ ਹੈ ਨਾ, ਤੇ ਥੱਲੇ ਇੱਕ ਵਾਰੀ ਨਿਗਾਹ ਮਾਰ ਲਿਆ ਕਰੋ, ਕੋਈ ਕਤੂਰੇ ਜਾਂ ਕੋਈ ਹੋਰ ਜਿਹੜਾ
ਕੋਈ ਬਿੱਲਾ ਹਾਂਜੀ। ਕੋਈ ਕੁੱਤਾ ਥੱਲੇ ਬੈਠਾ ਹੋ ਸਕਦਾ ਜੀ, ਜੀ, ਜੀ। ਵੀ ਉਹ ਤਾਂ ਛਾਂ ਕਰਕੇ ਬੈਠੇ ਆ ਤੇ ਆਪਾਂ ਬਰੂੰ ਕਰਕੇ ਗਾਂ ਨਿਕਲ ਜਾਂਦੇ ਆ ਹਾਂਜੀ। ਤੇ ਕਈ ਵਾਰੀ ਉਹ ਮਿੱਧੇ ਜਾਂਦੇ ਥੱਲੇ। ਜੀ। ਇਸ ਕਰਕੇ ਮਾੜੀ ਮੋਟੀ ਨਿਗਰਾਨੀ ਵਰਤਿਆ ਕਰਗੇ ਤੇ ਐ ਨਾ ਬਾਅਦ ਵਿੱਚ ਤਾਂ ਆਪਣੇ ਕੋਲ ਇੱਕੋ ਗੱਲ ਹੈ ਇਹਨਾਂ ਦੀ ਲਿਖੀ ਐ ਸੀ, ਇਹ ਆਪਾਂ ਲਿਖੀ ਸੀ ਐ, ਆਪਾਂ ਨੂੰ ਅਕਲ ਨਹੀਂ ਆਈ ਅਜੇ। ਸਹੀ ਕਿਹਾ, ਇਨਸਾਨ ਬਣੀਏ, ਹਾਂ। ਬੰਦੇ ਬਣੋ, ਬੰਦੇ। ਜੀ। ਚਲਿਏ ਆਪਾਂ ਹੁਣ ਚਲੋ ਬਈ ਚਲੋ। ਸਾਡੇ ਜਾਣ ਦਾ ਹੋ ਗਿਆ ਜੀ ਵੇਲਾ, ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ। ਦੋਵਾਂ ਨੂੰ ਇਜਾਜ਼ਤ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਲਓ ਵੀ ਹਾਜ਼ਰ ਹੈ ਜੱਜ ਦਾ ਵਿਚਾਰ।